ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹਰਵਿੰਦਰ ਹੈ। ਮੈਂ ਇੱਕ ਡਾਇਬੀਟੀਜ਼ ਨਰਸ ਹੈਗੀ ਹਾਂ ਐਂਡ ਅੱਜ ਆਪਾਂ ਗੱਲ ਕਰਨੀ ਹੈਗੀ ਆ ਆਪਣੀ ਡਾਇਬੀਟੀਜ਼ ਦੇ ਬਾਰੇ, ਇਹਦਾ ਕਿਵੇਂ ਖਿਆਲ ਕਰਨਾ ਅਤੇ ਘਰ ਆਪਾਂ ਕੀ ਕਰ ਸਕਦੇ ਹਾਂ ਡਾਇਬੀਟੀਜ਼ ਦੀ ਕੇਅਰ ਕਰਨ ਲਈ। ਤੁਹਾਨੂੰ ਇੱਕ ਲਿੰਕ ਚਾਹੀਦੀ ਹੈ ਫਰੇਜ਼ਰ ਹੈਲਥ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਉੱਥੇ ਦੇਖ ਸਕਦੇ ਹੋ ਵੀ ਆਪਣੀ ਜਿਹੜੀ ਡਾਇਬੀਟੀਜ਼ ਦੀ ਬੁੱਕਲੇਟ ਹੈਗੀ ਆ ਉਹ ਤੁਸੀਂ ਜੇ ਮੰਗਦੇ ਹੋ ਨਾਲ ਫੋਲੋ ਕਰ ਸਕਦੇ ਹੋ। ਆਪਾਂ ਕੋਈ ਪੇਜਸ ਦੱਸਾਂਗੇ ਤੁਹਾਨੂੰ ਕਿਹੜੇ ਪੇਜ 'ਤੇ ਤੁਸੀਂ ਉਹ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ। ਥੈਂਕ ਯੂ। ਸੋ ਇਹ ਤੁਸੀਂ ਦੇਖ ਰਹੇ ਹੈਗੇ ਹੋ ਆਊਟਲਾਈਨ ਆਪਣੀ। ਇਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈਗੀ ਆ ਆਪਣੀ ਕੀ ਜਜ਼ਬਾਤ ਹੁੰਦੇ ਆ, ਕੀ ਆਪਾਂ ਨੂੰ ਮਹਿਸੂਸ ਹੁੰਦਾ ਜਦੋਂ ਆਪਾਂ ਨੂੰ ਡਾਇਬੀਟੀਜ਼ ਹੋ ਜਾਂਦੀ ਆ। ਅਤੇ ਗੱਲ ਕਰਾਂਗੇ ਡਾਇਬੀਟੀਜ਼ ਕੀ ਚੀਜ਼ ਆ, ਉਹਦੇ ਸਿੰਪਟਮਸ ਕੀ ਨੇ, ਨੰਬਰਾਂ ਦਾ ਕੀ ਮਤਲਬ ਆ। ਸੋ ਆਪਾਂ ਨੇ ਡਾਕਟਰ ਕਿਹੜੇ ਨੰਬਰਸ ਦੇਖਦੇ ਆਪਾਂ ਨੂੰ ਦੱਸਣ ਲਈ ਵੀ ਡਾਇਬੀਟੀਜ਼ ਹੈਗੀ ਕਿ ਨਹੀਂ ਹੈਗੀ। ਅਤੇ ਫਿਰ ਆਪਾਂ ਗੱਲ ਕਰਾਂਗੇ ਵੀ ਆਪਾਂ ਡਾਇਬੀਟੀਜ਼ ਨੂੰ ਘਰੇ ਕਿਵੇਂ ਮੈਨੇਜ ਕਰਨਾ, ਕਿਹੜੇ ਆਪਾਂ ਟੂਲਸ ਨੂੰ ਯੂਜ਼ ਕਰ ਸਕਦੇ ਹਾਂ। ਮੇਬੀ ਹੋ ਸਕਦਾ ਥੋੜ੍ਹਾ ਜਿਹਾ ਹੋਮਵਰਕ ਵੀ ਸਾਨੂੰ ਕਰਨ ਨੂੰ ਆਪਾਂ ਦੇਵਾਂਗੇ। ਅਤੇ ਕੋਈ ਵੀ ਜੇ ਤੁਸੀਂ ਸਵਾਲ ਹੋਇਆ ਤੁਸੀਂ ਸਾਨੂੰ ਡਾਇਬੀਟੀਜ਼ ਸੈਂਟਰ 'ਤੇ ਵੀ ਫੋਨ ਕਰ ਸਕਦੇ ਹੈਗੇ ਹੋ। ਥੈਂਕ ਯੂ। ਸੋ ਹੁਣ ਆਪਾਂ ਗੱਲਬਾਤ ਕਰਦੇ ਹੈਗੇ ਹਾਂ ਵੀ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਸਾਨੂੰ ਡਾਇਬੀਟੀਜ਼ ਹੋ ਗਈ ਆ। ਸੋ ਡਾਇਬੀਟੀਜ਼ ਜਿਹੜੀ ਹੈਗੀ ਆ ਇੱਕ ਕ੍ਰੋਨਿਕ ਕੰਡੀਸ਼ਨ ਆ। ਸੋ ਕ੍ਰੋਨਿਕ ਦਾ ਮਤਲਬ ਹੈਗਾ ਵੀ ਇਹ ਆਪਣੀ ਜ਼ਿੰਦਗੀ ਭਰ ਲਈ ਬਿਮਾਰੀ ਹੈਗੀ ਆ, ਪਰ ਆਪਾਂ ਨੂੰ ਸਿੱਖਣਾ ਪੈਣਾ ਇਹਦਾ ਕਿਵੇਂ ਖਿਆਲ ਕਰਨਾ ਹੈਗਾ, ਕਿਵੇਂ ਇਹਦੀ ਕੇਅਰ ਕਰਨੀ ਆ। ਸੋ ਜਦੋਂ ਆਪਾਂ ਨੂੰ ਡਾਇਬੀਟੀਜ਼ ਹੁੰਦੀ ਆ, ਆਪਾਂ ਜਿਵੇਂ ਆਪਣੇ ਲਾ ਲਓ ਘਰੇ ਕਿਸੇ ਦੀ ਡੈਥ ਹੋਈ ਹੋਵੇ, ਆਪਾਂ ਗਰੀਵਿੰਗ ਕਰਦੇ ਹੈਗੇ ਆ। ਇਹ ਸਿਮਿਲਰ ਸਿੰਪਟਮਸ ਹੈਗੇ ਨੇ, ਸਿਮਿਲਰ ਫੀਲਿੰਗਸ ਹੈਗੀ ਹੈ ਜਿਹੜੀ ਆਪਾਂ ਨੂੰ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਨੂੰ ਡਾਇਬੀਟੀਜ਼ ਹੋ ਜਾਂਦੀ ਆ। ਸੋ ਆਪਾਂ ਡਿਨਾਇਲ 'ਚ ਹੋ ਸਕਦੇ ਹਾਂ। ਸੋ ਲੱਗਦਾ ਵੀ ਆਪਾਂ ਸੋਚਦੇ ਹਾਂ ਵੀ ਹੋ ਸਕਦਾ ਵੀ ਸਾਨੂੰ ਨਹੀਂ ਇਹ ਬਿਮਾਰੀ ਹੈਗੀ, ਡਾਕਟਰ ਨੇ ਸ਼ਾਇਦ ਗਲਤ ਰਿਪੋਰਟ ਦੱਸੀ ਆ, ਜਾਂ ਆਪਾਂ ਕਾਫੀ ਕੁਝ ਸੋਚਦੇ ਹਾਂ ਵੀ ਡਿਨਾਇਲ 'ਚ ਹੁੰਦੇ ਹਾਂ ਤਾਂ ਕਿ ਆਪਾਂ ਹਾਲੇ ਆਪਣੇ ਆਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੁੰਦੀ ਵੀ ਸਾਨੂੰ ਡਾਇਬੀਟੀਜ਼ ਇਹ ਹੈਗੀ ਆ। ਆਪਾਂ ਨੂੰ ਗੁੱਸਾ ਵੀ ਹੋ ਸਕਦਾ ਵੀ ਕਾਫੀ ਗੁੱਸਾ ਆਉਂਦਾ ਹੋਵੇ ਵੀ ਸਾਨੂੰ ਕਿਉਂ ਹੋ ਗਈ ਆ, ਸਾਨੂੰ ਇਹ ਬਿਮਾਰੀ ਕਿਉਂ ਲੱਗ ਗਈ ਆ। ਵੀ ਹੋ ਸਕਦਾ ਤੁਸੀਂ ਖਾਣਾ ਵੀ ਸਹੀ ਖਾਂਦੇ ਹੈਗੇ ਹੋ, ਐਕਸਰਸਾਈਜ਼ ਵੀ ਕਰਦੇ ਹੋ, ਪਰ ਤਾਂ ਵੀ ਹੋ ਗਈ ਹੈਗੀ ਆ। ਸੋ ਡਾਇਬੀਟੀਜ਼ ਆਪਾਂ ਨੂੰ ਕਿਉਂ ਹੋ ਜਾਂਦੀ ਆ, ਕਾਫੀ ਇਹਦੇ ਰਿਸਕ ਫੈਕਟਰਸ ਹੈਗੇ ਨੇ। ਸੋ ਜਿਵੇਂ ਲਾ ਲਓ ਆਪਣੇ ਜੇ ਵੇਟ ਜ਼ਿਆਦਾ ਹੋਵੇ, ਜੇ ਆਪਣੇ ਪੇਟ ਦੇ ਆਸੇ ਪਾਸੇ ਵੇਟ ਜ਼ਿਆਦਾ ਹੋਵੇ, ਜਾਂ ਆਪਣੇ ਮੰਮੀ ਡੈਡੀ ਨੂੰ ਜਾਂ ਦਾਦਾ ਦੀ ਨਾਨੀ ਨੂੰ ਕਿਸੇ ਨੂੰ ਹੋਈ ਹੋਵੇ, ਜਾਂ ਜਦੋਂ ਆਪਣਾ ਜਨਮ ਹੋਇਆ ਸੀ ਆਪਾਂ 10 ਪਾਉਂਡ ਤੋਂ ਉੱਪਰ ਸੀਗੇ, ਭਾਰ ਸੀਗਾ ਆਪਣਾ। ਸੋ ਕਾਫੀ ਰਿਸਕ ਫੈਕਟਰਸ ਹੈਗੇ ਆ ਜਿਹਦੇ ਕਾਰਨ ਆਪਾਂ ਨੂੰ ਡਾਇਬੀਟੀਜ਼ ਹੋ ਜਾਂਦੀ ਹੈਗੀ ਆ। ਤੀਸਰਾ ਹੈਗਾ ਵੀ ਬਾਰਗਨਿੰਗ। ਸੋ ਬਾਰਗਨਿੰਗ ਜਿਵੇਂ ਆਪਾਂ ਲਾ ਲਓ ਹੁਣ ਆਪਾਂ ਕੱਪੜੇ ਸਟੋਰਾਂ 'ਚ ਜਾਂਦੇ ਹਾਂ, ਆਪਾਂ ਕਹਿੰਦੇ ਨਾ ਭਾਈ ਅਸੀਂ ਤਾਂ ਇੰਨੇ ਹੀ ਪੈਸੇ ਦੇਣੇ ਆ, ਜੇ ਸੂਟ ਦੇਣਾ ਦਿਓ ਨਾ ਦਿਓ। ਇਹ ਸਪੈਸ਼ਲੀ ਜ਼ਿਆਦਾ ਇੰਡੀਆ 'ਚ ਹੁੰਦਾ ਵਾ। ਸੋ ਇਹਨੂੰ ਬਾਰਗਨਿੰਗ ਕਹਿੰਦੇ ਆ। ਸੋ ਆਪਾਂ ਆਪਣੇ ਡਾਕਟਰ ਨੂੰ ਸਮਟਾਈਮਸ ਕਹਿ ਦਿੰਦੇ ਹਾਂ ਵੀ ਨਾ ਭਾਈ ਅਸੀਂ ਤਾਂ ਨਹੀਂ ਦਵਾਈ ਲੈਣੀ ਹੈਗੀ, ਅਸੀਂ ਆਪਣੀ ਐਕਸਰਸਾਈਜ਼ ਕਰਾਂਗੇ, ਆਪਣੀ ਖਾਣਾ ਸਹੀ ਕਰਾਂਗੇ, ਪਰ ਅਸੀਂ ਦਵਾਈ ਨਹੀਂ ਲੈਣੀ ਹੈਗੀ। ਸੋ ਇਹ ਬਾਰਗਨਿੰਗ ਦੇ ਵਿੱਚ ਚਲਾ ਜਾਂਦਾ। ਨੈਕਸਟ ਹੈਗਾ ਡਿਪਰੈਸ਼ਨ। ਸੋ ਆਪਾਂ ਡਿਪਰੈਸ਼ਨ 'ਚ ਹੋ ਜਾਂਦੇ ਹਾਂ, ਕਾਫੀ ਆਪਾਂ ਉਦਾਸ ਹੁੰਦੇ ਹਾਂ, ਕੁਛ ਫੀਲ ਨਹੀਂ ਕਰਦਾ, ਕੁਛ ਕਰਨ ਨੂੰ ਕੁਛ ਖਾਣ ਨੂੰ ਨਹੀਂ ਜੀ ਕਰਦਾ ਹੈਗਾ, ਅੰਦਰ ਹੀ ਅੰਦਰ ਰਹਿਣਾ ਮੰਗਦੇ ਆ, ਕਿਸੇ ਨਾਲ ਗੱਲਬਾਤ ਨਹੀਂ ਕਰਨਾ ਮੰਗਦੇ ਹੈਗੇ। ਸੋ ਜੇ ਤੁਹਾਨੂੰ ਕਦੀ ਵੀ ਡਿਪਰੈਸ਼ਨ ਦੇ ਸਿੰਪਟਮਸ ਮਹਿਸੂਸ ਹੁੰਦੇ ਹੈਗੇ ਆ, ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ, ਆਪਣੇ ਹੈਲਥ ਕਲੀਨਿਸ਼ੀਅਨਸ ਨਾਲ ਗੱਲ ਕਰੋ। ਅਤੇ ਸਮਟਾਈਮਸ ਆਪਾਂ ਨੂੰ ਕਾਉਂਸਲਿੰਗ ਦੀ ਵੀ ਲੋੜ ਆ। ਆਈ ਨੋ ਆਪਣੇ ਕਲਚਰ 'ਚ ਇੰਨੀ ਨਹੀਂ ਕਾਉਂਸਲਿੰਗ ਦੇਖੀ ਜਾਂਦੀ ਹੈਗੀ, ਪਰ ਕਾਉਂਸਲਿੰਗ ਸਮਟਾਈਮਸ ਹੈਲਪਫੁਲ ਹੁੰਦੀ ਹੈ ਤਾਂ ਕਿ ਜਦੋਂ ਆਪਾਂ ਘਰਦਿਆਂ ਨਾਲ ਕਿਸੇ ਨਾਲ ਗੱਲਬਾਤ ਕਰਦੇ ਹਾਂ ਆਪਾਂ ਸੇਮ ਇਨਫੋਰਮੇਸ਼ਨ ਸਮਟਾਈਮ ਸ਼ੇਅਰ ਕਰ ਸਕਦੇ ਹਾਂ, ਸਮਟਾਈਮ ਨਹੀਂ ਸ਼ੇਅਰ ਕਰ ਸਕਦੇ ਹੈਗੇ। ਆਪਾਂ ਮੰਗਦੇ ਨਹੀਂ ਵੀ ਉਹ ਸਾਨੂੰ ਕੋਈ ਓਪੀਨੀਅਨਸ ਦੇਣ। ਉੱਥੇ ਕਾਉਂਸਲਰਸ ਹੁੰਦੇ ਆ, ਕਾਉਂਸਲਰਸ ਆਪਣੀ ਇਨਫੋਰਮੇਸ਼ਨ ਕੰਫੀਡੈਂਸ਼ੀਅਲ ਰੱਖਦੇ ਹੈਗੇ ਅਤੇ ਆਪਣੀ ਹੈਲਪ ਕਰਦੇ ਆ ਡਿਪਰੈਸ਼ਨ 'ਚੋਂ ਬਾਹਰ ਨਿਕਲਣ ਦੀ। ਲਾਸਟ ਹੈਗਾ ਐਕਸੈਪਟੈਂਸ, ਜਿੱਥੇ ਆਪਣੇ ਆਪ ਨੂੰ ਆਪਾਂ ਮਨਜ਼ੂਰੀ ਦੇ ਦਿੰਦੇ ਹਾਂ ਵੀ ਹਾਂ ਵੀ ਸਾਨੂੰ ਡਾਇਬੀਟੀਜ਼ ਹੈਗੀ ਆ, ਪਰ ਸਾਨੂੰ ਇਹਦੇ ਬਾਰੇ ਕੁਛ ਕਰਨਾ ਪੈਣਾ ਹੈਗਾ। ਪਲੱਸ ਡਾਇਬੀਟੀਜ਼ ਦੇ ਨਾਲ ਇਹ ਨਹੀਂ ਹੈਗਾ ਵੀ ਤੁਸੀਂ ਸਾਰਾ ਕੁਛ ਜਿਹੜਾ ਅੱਗੇ ਕਰਦੇ ਸੀ ਨਹੀਂ ਕਰ ਸਕਦੇ ਹੋ, ਸਾਰਾ ਕੁਛ ਕਰ ਸਕਦੇ ਹੋ, ਪਰ ਇਹੀ ਆਪਾਂ ਨੂੰ ਖਾਣੇ ਦਾ ਧਿਆਨ ਰੱਖਣਾ ਪੈਂਦਾ ਅਤੇ ਐਕਸਰਸਾਈਜ਼ ਦਾ ਧਿਆਨ ਰੱਖਣਾ ਪੈਂਦਾ ਹੈਗਾ। ਤਾਂ ਸਮਟਾਈਮਸ ਦਵਾਈਆਂ ਵੀ ਲੈਣੀਆਂ ਪੈਂਦੀਆਂ ਹੈਗੀਆਂ ਨੇ। ਸੋ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਵੀ ਆਪਣੀ ਬਾਡੀ ਜਿਹੜੀ ਹੈਗੀ ਆ ਇਹ ਸ਼ੂਗਰ ਨੂੰ ਕਿਵੇਂ ਵਰਤਦੀ ਹੈਗੀ ਆ, ਅਤੇ ਨਾਲੇ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਹੈਗਾ ਜਦੋਂ ਆਪਾਂ ਨੂੰ ਟਾਈਪ 2 ਡਾਇਬੀਟੀਜ਼ ਹੁੰਦੀ ਹੈਗੀ ਆ। ਸੋ ਜਿਹੜੀ ਆਪਣੀ ਜਿਹੜਾ ਵੀ ਕੁਛ ਆਪਾਂ ਖਾਂਦੇ ਹੈਗੇ ਆ, ਸੋ ਫਰੂਟ ਹੋਇਆ, ਰੋਟੀ ਹੋਈ, ਦੁੱਧ ਪੀਆ, ਕੋਈ ਵੀ ਚੀਜ਼ ਹੈਗੀ ਆ ਉਹਨੇ ਸ਼ੂਗਰ ਬਣਨਾ ਹੈਗਾ ਵਾ। ਸੋ ਜਦੋਂ ਸ਼ੂਗਰ ਬਣ ਜਾਂਦੀ ਹੈਗੀ ਆ ਫਿਰ ਜਿਹੜੇ ਆਪਣੇ
ਜਿਹੜਾ ਆਪਣੇ organ ਹੈਗਾ ਪੈਂਕਰੀਅਸ ਇੱਕ ਹਾਰਮੋਨ ਬਣਾਉਂਦਾ ਇਨਸੂਲਿਨ ਦਾ ਕੰਮ ਹੈਗਾ ਇਹਨੇ ਆਪਣੇ ਖੂਨ 'ਚੋਂ ਸ਼ੂਗਰ ਲੈਣੀ ਹੈਗੀ ਆ ਅਤੇ ਫਿਰ ਆਪਣੀ ਸਰੀਰ ਦੀ ਜਿਹੜੀ ਸੈਲਸ ਹੈਗੀਆਂ ਨੇ ਸੈਲਸ ਇਹ ਦੇ ਵਿੱਚ ਜਾ ਕੇ ਸ਼ੂਗਰ ਪਾ ਦਿੰਦਾ ਹੈ। ਕਿਵੇਂ ਪਾਉਂਦਾ ਹੈਗਾ, ਜਿਵੇਂ ਆਪਾਂ ਲਾ ਲਓ ਆਪਾਂ ਲੌਕ ਅਤੇ ਚਾਬੀ ਵਰਤਦੇ ਹੋਈਏ, ਇਹ ਇੱਕ ਕਿਸਮ ਦੀ ਇਨਸੂਲਿਨ ਜਿਹੜੀ ਹੈਗੀ ਇੱਕ ਕਿਸਮ ਦੀ ਚਾਬੀ ਆ ਜਿਹਦੇ ਨਾਲ ਇਨਸੂਲਿਨ ਆਪਣੀ ਸੈਲਸ ਖੁੱਲ੍ਹ ਜਾਂਦੀ ਹੈਗੀ ਆ ਅਤੇ ਇਨਸੂਲਿਨ ਆਪਣੀ ਵਿੱਚ ਪੈ ਜਾਂਦੀ ਹੈ ਵਰਤਣ ਲਈ। ਠੀਕ ਹੈ, ਜਿਹੜੀ ਬਾਕੀ ਦੀ ਸ਼ੂਗਰ ਹੁੰਦੀ ਆ ਆਪਣੇ ਖੂਨ ਦੇ ਵਿੱਚ ਉਹ ਆਪਣੇ ਜਮ੍ਹਾਂ ਹੋ ਜਾਂਦੀ ਹੈ ਆਪਣੇ ਜਿਗਰ ਦੇ ਵਿੱਚ ਅਤੇ ਨਾਲੇ ਆਪਣੀ ਮਸਲ ਸੈਲਸ ਦੇ ਵਿੱਚ ਲੇਟਰ ਵਰਤਣ ਲਈ। ਠੀਕ ਹੈ, ਸੋ ਆਪਣੇ ਸਰੀਰ ਦੇ ਵਿੱਚ ਜਦੋਂ ਡਾਇਬੀਟੀਜ਼ ਹੁੰਦੀ ਹੈਗੀ ਆ ਇਹ ਕੀ ਹੁੰਦਾ ਇੱਕ ਤਾਂ ਆਪਣਾ ਪੈਂਕਰੀਅਸ ਜਿਹੜਾ ਹੈਗਾ ਜਿਹੜੀ ਫੈਕਟਰੀ ਆ ਇਹ ਘੱਟ ਕੰਮ ਕਰਦੀ ਆ। ਸੋ ਜਿੰਨੀ ਆਪਾਂ ਨੂੰ ਲੋੜ ਆ, ਜਿਵੇਂ ਨਿੱਕੇ ਜਿਹੇ ਬੰਦੇ ਦੇਖ ਰਹੇ ਹੋ ਤੁਸੀਂ, ਓਨੇ ਆਪਣੇ ਇਹ ਬਣਦੇ ਨਹੀਂ ਹੈਗੇ। ਠੀਕ ਹੈ, ਦੂਸਰੀ ਗੱਲ ਹੈਗੀ ਆਪਣੀ ਜਿਹੜੀ ਸੈਲਸ ਹੈਗੀਆਂ ਨੇ ਸੈਲਸ ਕਾਫੀ ਰੈਜ਼ਿਸਟੈਂਟ ਹੋ ਜਾਂਦੀਆਂ। ਸੋ ਰੈਜ਼ਿਸਟੈਂਟ ਦਾ ਮਤਲਬ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਉਹ ਚਾਬੀ ਕੰਮ ਕਰਦੀ ਹੈ ਇਨਸੂਲਿਨ, ਇਹ ਚਾਬੀ ਸੋ ਸੈਲਸ ਦੇ ਉੱਤੇ ਇੱਕ ਕਿਸਮ ਦੀ ਕਵਰਿੰਗ ਹੋ ਜਾਂਦੀ ਹੈ ਜਿਹਦੇ ਕਾਰਨ ਇਹ ਚਾਬੀ ਕੰਮ ਨਹੀਂ ਕਰ ਸਕਦੀ। ਸੋ ਸੈਲਸ ਖੋਲ੍ਹ ਨਹੀਂ ਸਕਦੀਆਂ, ਸ਼ੂਗਰ ਅੰਦਰ ਨਹੀਂ ਜਾ ਸਕਦੀ ਹੈਗੀ। ਤੀਸਰੀ ਗੱਲ ਹੈਗੀ ਆਪਣਾ ਜਿਹੜਾ ਜਿਗਰ ਦਾ ਕੰਮ ਹੈਗਾ ਆਪਾਂ ਨੂੰ ਸ਼ੂਗਰ ਦੇਣੀ ਜਦੋਂ ਲੋੜ ਆ। ਸੋ ਉਹਨੂੰ ਫਿਰ ਪਤਾ ਨਹੀਂ ਲੱਗਦਾ ਉਹਨੇ ਕਦੋਂ ਔਨ ਹੋਣਾ ਅਤੇ ਕਦੋਂ ਆਫ ਹੋਣਾ ਅਤੇ ਫਿਰ 24 ਘੰਟੇ ਜਿਵੇਂ ਲਾ ਲਓ ਔਨ ਹੀ ਰਹਿੰਦਾ। ਸੋ ਆਪਣੀ ਸ਼ੂਗਰ ਖੂਨ ਦੇ ਵਿੱਚ ਫਿਰ ਜ਼ਿਆਦਾ ਰਹਿੰਦੀ ਹੈਗੀ ਆ। ਲਾਸਟ ਹੈਗਾ ਜਿਹੜੇ ਆਪਣੀ ਮਸਲ ਸੈਲਸ ਨੇ, ਸੋ ਮਸਲ ਸੈਲਸ ਆਪਣੀ ਸ਼ੂਗਰ ਐਕਸਟਰਾ ਸਟੋਰ ਕਰਦੀਆਂ ਨੇ, ਪਰ ਜੇ ਆਪਾਂ ਮਸਲ ਸੈਲਸ ਨੂੰ ਯੂਜ਼ ਨਹੀਂ ਕਰਦੇ ਸੋ ਐਕਸਟਰਾ ਸਟੋਰੇਜ ਨਹੀਂ ਮਿਲਦੀ ਹੈਗੀ ਇਨਸੂਲਿਨ ਆਪਣੀ ਸ਼ੂਗਰ ਨੂੰ। ਸੋ ਇਹਦੇ 'ਚ ਸਿਰਫ ਇਸ ਸਲਾਈਡ ਦੇ ਵਿੱਚ ਇਹ ਸਮਝਾਇਆ ਗਿਆ ਹੈਗਾ ਵੀ ਜਿਹੜੀ 2 ਕਿਸਮ ਦੀ ਡਾਇਬੀਟੀਜ਼ ਹੈਗੀ ਹੈ, ਟਾਈਪ 2 ਅਤੇ ਟਾਈਪ 1। ਟਾਈਪ 2 ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਇਨਸੂਲਿਨ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ, ਇਨਸੂਲਿਨ ਨਫ ਨਹੀਂ ਬਣਦੀ ਹੈਗੀ। ਪਲੱਸ ਟਾਈਪ 2 ਡਾਇਬੀਟੀਜ਼ ਆਪਣੇ ਸਰੀਰ ਦੇ ਵਿੱਚ ਲੰਬੇ ਟਾਈਮ ਲਈ ਜਦੋਂ ਪ੍ਰੋਗਰੈਸ ਹੁੰਦੀ ਹੈਗੀ ਆ। ਸੋ ਪ੍ਰੋਗਰੈਸ ਦਾ ਮਤਲਬ ਹੈਗਾ ਵੀ ਜੇ ਹੁਣ ਲਾ ਲਓ ਆਪਣੀਆਂ ਗੋਲੀਆਂ ਨਹੀਂ ਲੱਗੀਆਂ ਹੈਗੀਆਂ, ਹੋ ਸਕਦਾ ਆਪਾਂ ਨੂੰ 1-2 ਸਾਲ ਤੱਕ ਗੋਲੀ ਦੀ ਲੋੜ ਪਵੇ ਜਾਂ ਆਪਾਂ ਨੂੰ ਟੀਕੇ ਦੀ ਲੋੜ ਪਵੇ। ਠੀਕ ਹੈ, ਟਾਈਪ 1 ਡਾਇਬੀਟੀਜ਼ ਹੈਗੀ ਹੈ ਜਿੱਥੇ ਆਪਣਾ ਜਿਹੜਾ ਸਰੀਰ ਹੈਗਾ ਆਪਣਾ ਪੈਂਕਰੀਅਸ ਆਪਦੇ ਆਪ ਨੂੰ ਅਟੈਕ ਕਰਕੇ ਇਨਸੂਲਿਨ ਬਣਾਉਣੋਂ ਹਟ ਜਾਂਦਾ ਹੈਗਾ। ਸੋ ਆਪਾਂ ਨੂੰ ਸਰਵਾਈਵ ਕਰਨ ਲਈ ਟਾਈਪ 1 ਦੇ ਵਿੱਚ ਆਪਾਂ ਨੂੰ ਟੀਕਾ ਲਾਉਣਾ ਪੈਂਦਾ ਐਵਰੀ ਟਾਈਮ ਜਦੋਂ ਆਪਾਂ ਖਾਂਦੇ ਹਾਂ ਅਤੇ ਜਦੋਂ ਸੌਣ ਵੇਲੇ ਵੀ। ਠੀਕ ਹੈ, ਸੋ ਟਾਈਪ 2 ਡਾਇਬੀਟੀਜ਼ ਥੋੜ੍ਹਾ ਡਿਫਰੈਂਟਲੀ ਆਪਾਂ ਮੈਨੇਜ ਕਰਦੇ ਹੈਗੇ ਹਾਂ ਸ਼ੁਰੂ 'ਤੇ, ਪਰ ਜੇ ਆਪਾਂ ਨੂੰ ਇਨਸੂਲਿਨ ਲੱਗ ਜਾਂਦੀ ਆ ਤਾਂ ਆਪਾਂ ਨੂੰ ਫਿਰ ਇਨਸੂਲਿਨ 'ਤੇ ਵੀ ਯੂਜ਼ ਕਰਨੀ ਪੈਂਦੀ ਹੈਗੀ ਆ। ਸੋ ਇਹ ਆਪਾਂ ਸਲਾਈਡ ਦੇ ਵਿੱਚ ਦੇਖਦੇ ਹੈਗੇ ਹਾਂ ਵੀ ਆਪਾਂ ਨੂੰ ਜਦੋਂ ਡਾਇਬੀਟੀਜ਼ ਹੁੰਦੀ ਹੈ ਕੀ ਆਪਾਂ ਨੂੰ ਮਹਿਸੂਸ ਹੁੰਦਾ ਹੈਗਾ। ਸੋ ਜ਼ਰੂਰੀ ਨਹੀਂ ਵੀ ਇਹ ਸਾਰਿਆਂ ਨੂੰ ਮਹਿਸੂਸ ਹੋਵੇ, ਪਰ ਕਿਸੇ ਨੂੰ ਇਹ ਸਿੰਪਟਮਸ ਫੀਲ ਹੁੰਦੇ ਹੈਗੇ ਆ। ਸੋ ਆਪਾਂ ਨੂੰ ਥਕਾਵਟ ਜ਼ਿਆਦਾ ਲੱਗਦੀ ਹੈਗੀ ਆ, ਆਪਾਂ ਨੂੰ ਭੁੱਖ ਲੱਗਦੀ ਆ ਪਰ ਆਪਣੀ ਭੁੱਖ ਮਿਟਦੀ ਨਹੀਂ ਹੈਗੀ ਈਵਨ ਦੋ ਆਪਾਂ ਰੈਗੂਲਰਲੀ ਖਾਂਦੇ ਹੈਗੇ ਹਾਂ, ਅਤੇ ਜ਼ਿਆਦਾ ਲੱਗਦੀ ਆ, ਪਿਸ਼ਾਬ ਜ਼ਿਆਦਾ ਆਉਂਦਾ, ਅੱਖਾਂ 'ਤੇ ਵੀ ਧੁੰਦਲੀ ਹੋਣ ਲੱਗ ਜਾਂਦੀ ਆ। ਆਪਣੇ ਮਾਸ ਦੇ ਉੱਤੇ ਆਪਣੇ ਬੁੱਟਾਂ ਦੇ ਵਿੱਚ ਪਿਸ਼ਾਬ ਵਾਲੀ ਜਗ੍ਹਾ 'ਤੇ ਇਨਫੈਕਸ਼ਨ ਵੀ ਹੋਣ ਲੱਗ ਜਾਂਦੇ ਹੈਗੇ ਆ, ਅਤੇ ਆਪਣੇ ਕੱਟ ਵਗੈਰਾ ਜੇ ਹੋ ਜਾਂਦਾ ਹੈਗਾ ਉਹਨੂੰ ਟਾਈਮ ਲੱਗਦਾ ਹੈਗਾ ਹੀਲ ਹੋਣ ਲਈ। ਪਲੱਸ ਆਪਣੇ ਪੈਰਾਂ ਦੇ ਵਿੱਚ ਵੀ ਐਂ ਲੱਗਦਾ ਜਿਵੇਂ ਕੋਈ ਤੀਲਾਂ ਖਵਾਉਂਦਾ ਜਾਂ ਜਲਨ ਮਹਿਸੂਸ ਹੁੰਦੀ ਹੈ ਜਾਂ ਉੱਦਾਂ ਦਰਦ ਮਹਿਸੂਸ ਹੁੰਦਾ ਪੈਰਾਂ ਦੇ ਵਿੱਚ। ਸੋ ਪਰ ਕਿਸੇ ਨੂੰ ਕਾਫੀ ਸਾਲ ਲੰਘ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨੂੰ ਡਾਇਬੀਟੀਜ਼ ਹੈਗੀ, ਬਿਕਾਜ਼ ਉਹਨਾਂ ਨੂੰ ਕੁਛ ਮਹਿਸੂਸ ਨਹੀਂ ਹੁੰਦਾ ਜਾਂ ਫਿਰ ਉਹ ਬਲੱਡ ਟੈਸਟ ਨਹੀਂ ਕਰਾਉਂਦੇ ਹੈਗੇ। ਸੋ ਇਹ ਜਿਹੜੇ ਸਿੰਪਟਮਸ ਨੇ ਇਹ ਮੋਸਟਲੀ ਆਪਾਂ ਨੂੰ ਫੀਲ ਹੁੰਦੇ ਆ ਜਦੋਂ ਆਪਾਂ ਨੂੰ ਡਾਇਬੀਟੀਜ਼ ਹੋ ਜਾਵੇ। ਸੋ ਇਹ ਸਲਾਈਡ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜਦੋਂ ਆਪਣੇ ਬਲੱਡ ਟੈਸਟ ਹੁੰਦਾ ਹੈਗਾ ਕਿਹੜੇ ਨੰਬਰਸ ਡਾਕਟਰ ਦੇਖਦੇ ਹੈਗੇ ਆਪਾਂ ਨੂੰ ਦੱਸਣ ਲਈ ਵੀ ਆਪਾਂ ਨੂੰ ਡਾਇਬੀਟੀਜ਼ ਹੈਗੀ ਕਿ ਨਹੀਂ ਹੈਗੀ, ਜਾਂ ਫਿਰ ਆਪਾਂ ਨੂੰ ਪ੍ਰੀ ਡਾਇਬੀਟੀਜ਼ ਹੈਗੀ ਆ। ਸੋ ਪ੍ਰੀ ਡਾਇਬੀਟੀਜ਼ ਹੁੰਦਾ ਜਿੱਥੇ ਆਪਾਂ ਇਹਨੂੰ ਰਿਵਰਸ ਕਰ ਸਕਦੇ ਹਾਂ, ਜਿੱਥੇ ਇਹਨੂੰ ਆਪਾਂ ਫਿਕਸ ਕਰ ਸਕਦੇ ਹਾਂ ਆਪਣੇ ਖਾਣੇ ਨਾਲ, ਆਪਣੇ ਐਕਸਰਸਾਈਜ਼ ਨਾਲ, ਪਰ ਹਾਲੇ ਆਪਾਂ ਨੂੰ ਪੱਕੀ ਡਾਇਬੀਟੀਜ਼ ਨਹੀਂ ਹੋਈ ਹੈਗੀ। ਸੋ ਜਦੋਂ ਆਪਣੇ ਬਲੱਡ ਟੈਸਟ ਹੁੰਦੇ ਹੈਗੇ ਆ, ਯੂਜੂਅਲੀ 10 ਟੈਸਟ ਬਲੱਡ ਦੇ ਵਿੱਚ ਆਪਣੇ ਡਾਕਟਰ ਚੈੱਕ ਕਰਕੇ ਆਪਾਂ ਨੂੰ ਦੱਸ ਸਕਦਾ ਹੈਗਾ ਵੀ ਆਪਾਂ ਨੂੰ ਡਾਇਬੀਟੀਜ਼ ਆ ਜਾਂ ਨਹੀਂ ਡਾਇਬੀਟੀਜ਼ ਜਾਂ ਪ੍ਰੀ ਡਾਇਬੀਟੀਜ਼ ਆ। ਸੋ ਜਦੋਂ ਬਲੱਡ ਟੈਸਟ ਹੁੰਦਾ ਹੈਗਾ, ਜਿਹੜੀ ਫਾਸਟਿੰਗ ਨੇ ਕਾਲਜੇ ਵਾਲੀ ਸ਼ੂਗਰ ਹੈਗੀ ਆ ਜਿਹੜੀ ਆਪਾਂ ਗ੍ਰੀਨ ਦੇ ਵਿੱਚ ਦੇਖ ਰਹੇ ਹਾਂ, ਉਹ 10.10 ਤੋਂ ਲਾ ਕੇ 6 ਤੱਕ ਹੁੰਦੀ ਆ। ਸੋ ਇਹ ਆਪਾਂ ਨੂੰ ਡਾਇਬੀਟੀਜ਼ ਨਹੀਂ ਹੈਗੀ। 2 ਘੰਟੇ ਬਾਅਦ ਵਾਲੀ ਸ਼ੂਗਰ ਈਦਰ ਉਹ ਤੁਹਾਨੂੰ ਡਰਿੰਕ ਪਿਲਾ ਕੇ ਚੈੱਕ ਕਰਦੇ ਆ ਜਾਂ ਫਿਰ ਤੁਹਾਨੂੰ ਕਹਿੰਦੇ ਆ ਵੀ ਖਾਣਾ ਖਾ ਕੇ 2 ਘੰਟੇ ਬਾਅਦ ਚੈੱਕ ਕਰਦੇ ਆ। ਇਹ ਹੈਗੀ 4.4 ਤੋਂ ਲਾ ਕੇ 7.7 ਤੱਕ, ਸੋ ਨਹੀਂ ਡਾਇਬੀਟੀਜ਼। ਅਤੇ ਜਿਹੜੀ ਆਪਣੇ 3 ਮਹੀਨੇ ਵਾਲਾ ਸ਼ੂਗਰ ਟੈਸਟ ਆ, ਸੋ ਇਹ 3 ਮਹੀਨੇ ਵਾਲਾ ਸ਼ੂਗਰ ਟੈਸਟ ਦੇ ਵਿੱਚ ਦੱਸਿਆ ਜਾਂਦਾ ਵੀ ਪਿਛਲੇ
ਮਹੀਨਿਆਂ ਦੇ ਵਿੱਚ ਤੁਹਾਡੀ ਸ਼ੂਗਰ ਕਿਵੇਂ ਰਹੀ ਹੈਗੀ ਹੈ। ਜੇ ਇਹ ਆਪਣੀ A1C 6% ਤੋਂ ਥੱਲੇ ਆਉਂਦੀ ਆ ਫਿਰ ਆਪਾਂ ਨਾਨ ਡਾਇਬੀਟੀਜ਼ ਦੇ ਵਿੱਚ ਗਿਣੇ ਜਾਂਦੇ ਹਾਂ। ਸੋ ਡਾਇਬੀਟੀਜ਼ ਨਹੀਂ ਹੈਗੀ। ਜਿਹੜਾ ਯੈਲੋ ਦੇ ਵਿੱਚ ਹੈਗਾ, ਯੈਲੋ ਦੇ ਵਿੱਚ ਆਪਣੀ ਇਹਨੂੰ ਕਹਿੰਦੇ ਆ ਪ੍ਰੀ ਡਾਇਬੀਟੀਜ਼, ਜਿੱਥੇ ਆਪਾਂ ਨੂੰ ਰਿਸਕ ਹੈਗੀ ਡਾਇਬੀਟੀਜ਼ ਹੋਣ ਦੀ ਪਰ ਹਾਲੇ ਨਹੀਂ ਹੋਈ ਹੈਗੀ। ਆਪਣੀ ਫਾਸਟਿੰਗ ਸ਼ੂਗਰ ਬਲੱਡ ਟੈਸਟ ਦੇ ਵਿੱਚ ਆਉਂਦੀ ਹੈ 6.1 ਤੋਂ ਲਾ ਕੇ 6.9, 2 ਘੰਟੇ ਵਾਲੀ ਸ਼ੂਗਰ 7.8 ਤੋਂ ਲਾ ਕੇ 11 ਤੱਕ, ਅਤੇ ਆਪਣੀ 3 ਮਹੀਨੇ ਵਾਲੀ ਸ਼ੂਗਰ ਟੈਸਟ ਆਉਂਦਾ 6.0 ਤੋਂ ਲਾ ਕੇ 6.4 ਤੱਕ। ਠੀਕ ਹੈ ਜੀ। ਸੋ ਜਦੋਂ ਆਪਣੀ ਡਾਇਬੀਟੀਜ਼ ਆਪਾਂ ਨੂੰ ਦੱਸਿਆ ਜਾਂਦਾ ਹੈਗਾ, ਜੋ ਡਾਕਟਰ ਕਹਿੰਦੇ ਆ ਵੀ ਆਪਾਂ ਨੂੰ ਡਾਇਬੀਟੀਜ਼ ਹੋ ਗਈ ਹੈਗੀ ਆ, ਆਪਣੀ ਫਾਸਟਿੰਗ ਸ਼ੂਗਰ ਲੈਬ ਦੇ ਵਿੱਚ 7 ਜਾਂ ਉੱਪਰ ਆਉਂਦੀ ਆ, 2 ਘੰਟੇ ਵਾਲੀ ਸ਼ੂਗਰ ਆਪਣੀ 11.1 ਤਾਂ ਉੱਪਰ ਆਉਂਦੀ ਆ, ਅਤੇ ਆਪਣੀ 3 ਮਹੀਨੇ ਵਾਲਾ ਸ਼ੂਗਰ ਟੈਸਟ 6.5% ਤੋਂ ਲਾ ਕੇ ਉੱਪਰ ਜਿੰਨਾ ਵੀ ਹੁੰਦਾ ਹੈਗਾ, ਇਹਦੇ ਵਿੱਚ ਇਹ ਆਪਾਂ ਨੂੰ ਡਾਇਬੀਟੀਜ਼ ਦੇ ਵਿੱਚ ਗਿਣਿਆ ਜਾਂਦਾ ਹੈਗਾ। ਠੀਕ ਹੈ। ਸੋ ਜੇ ਤੁਹਾਡੇ ਡਾਕਟਰ ਇਕੱਲੇ ਫਾਸਟਿੰਗ ਸ਼ੂਗਰ ਚੈੱਕ ਕਰਦੇ ਹੈਗੇ ਆ ਅਤੇ A1C ਨਹੀਂ ਚੈੱਕ ਕੀਤੀ ਜਾਂ 2 ਘੰਟੇ ਵਾਲੀ ਸ਼ੂਗਰ ਨਹੀਂ ਚੈੱਕ ਕੀਤੀ, ਯੂਜੂਅਲੀ ਫਾਸਟਿੰਗ ਲਈ ਉਹਨਾਂ ਨੂੰ 2 ਗੇਰਾਂ ਟੈਸਟ ਕਰਾਉਣਾ ਪੈਂਦਾ ਹੈਗਾ, ਫਿਰ ਆਪਾਂ ਨੂੰ ਦੱਸ ਸਕਦੇ ਆ ਵੀ ਹਾਂ ਡਾਇਬੀਟੀਜ਼ ਹੈਗੀ ਕਿ ਨਹੀਂ ਹੈਗੀ। ਸੋ ਹੁਣ ਆਪਾਂ ਗੱਲ ਕੀਤੀ ਸੀ ਵੀ ਆਪਣੇ ਡਾਕਟਰ ਕਿਵੇਂ ਟੈਸਟ ਕਰਦੇ ਆਪਾਂ ਨੂੰ ਦੱਸਣ ਲਈ ਵੀ ਡਾਇਬੀਟੀਜ਼ ਹੈਗੀ ਕਿ ਨਹੀਂ ਹੈਗੀ। ਸੋ ਜਦੋਂ ਆਪਾਂ ਡਾਇਬੀਟੀਜ਼ ਹੁੰਦੀ ਹੈਗੀ ਆ, ਜਿਹੜੀ ਘਰੇ ਆਪਾਂ ਸ਼ੂਗਰ ਚੈੱਕ ਕਰਨੀ ਆ, ਹੁਣ ਆਪਾਂ ਉਹਨਾਂ ਬਾਰੇ ਗੱਲ ਕਰਦੇ ਹੈਗੇ ਆ, ਉਹ ਨੰਬਰਸ ਕੀ ਹੋਣੇ ਚਾਹੀਦੇ ਆਪਣੇ। ਠੀਕ ਹੈ। ਸੋ ਜਦੋਂ ਜੇ ਤੁਸੀਂ ਫੋਲੋ ਕਰਨਾ ਮੰਗਦੇ ਹੋ, ਤੁਹਾਡੇ ਪੇਜ ਨੰਬਰ 7 'ਤੇ ਵੀ ਬੁੱਕ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ। ਸੋ ਜਦੋਂ ਆਪਾਂ ਸਵੇਰੇ ਸਾਜਰੇ ਉੱਠਣ ਸਾਰ ਚੈੱਕ ਕਰੀਏ ਜਾਂ ਕੋਈ ਵੀ ਖਾਣੇ ਖਾਣ ਤੋਂ ਪਹਿਲਾਂ ਚੈੱਕ ਕਰੀਏ ਸ਼ੂਗਰ, ਆਪਣੀ ਸ਼ੂਗਰ 4 ਤੋਂ ਲਾ ਕੇ 7 ਦੇ ਵਿੱਚ ਹੋਣੀ ਚਾਹੀਦੀ ਹੈਗੀ ਆ। ਅਤੇ 2 ਘੰਟੇ ਬਾਅਦ ਜਦੋਂ ਆਪਾਂ ਪਹਿਲੀ ਬੁਰਕੀ ਤੋਂ 2 ਘੰਟੇ ਬਾਅਦ ਚੈੱਕ ਕਰੀਏ ਤਾਂ ਆਪਣੀ ਸ਼ੂਗਰ 5 ਤੇ 10 ਦੇ ਵਿੱਚ ਹੋਣੀ ਚਾਹੀਦੀ ਆ। ਪਰ ਆਪਾਂ ਇਹ ਵੀ ਧਿਆਨ ਰੱਖਣਾ ਹੈਗਾ ਵੀ ਜਿਹੜੀ ਸ਼ੂਗਰ ਆਪਣੀ ਖਾਣੇ ਤੋਂ ਪਹਿਲਾਂ ਸੀ ਅਤੇ 2 ਘੰਟੇ ਬਾਅਦ ਚੈੱਕ ਕੀਤੀ ਆ, ਉਹ 2 ਜਾਂ 3 ਮਿਲੀਮੋਲ ਤੋਂ ਵੱਧ ਨਹੀਂ ਜਾਣੀ ਚਾਹੀਦੀ। ਸੋ ਐਗਜ਼ਾਮਪਲ ਆਪਾਂ ਲਈਏ, ਜੇ ਆਪਣੀ ਸਵੇਰ ਨੂੰ ਉੱਠਦਿਆਂ ਦੀ ਸ਼ੂਗਰ 6 ਹੈਗੀ ਆ, ਵੱਧ ਤੋਂ ਵੱਧ ਆਪਣੀ ਖਾਣੇ ਤੋਂ ਬਾਅਦ 9 ਤੱਕ ਜਾਣੀ ਚਾਹੀਦੀ ਆ। ਠੀਕ ਹੈ। ਜਿੰਨੀ ਆਪਾਂ ਸ਼ੂਗਰ ਨੂੰ ਕੰਟਰੋਲ 'ਚ ਰੱਖਾਂਗੇ, ਉਨੀ ਆਪਣੀ ਜਿਹੜੀ ਰਿਸਕ ਹੈਗੀ ਆ ਡਾਇਬੀਟੀਜ਼ ਦੇ ਕੰਪਲੀਕੇਸ਼ਨਸ ਦੀ, ਜਿਵੇਂ ਡਾਇਬੀਟੀਜ਼ ਤੋਂ ਗਾਂਹ ਜਿਹੜੇ ਖਤਰੇ ਵੱਧ ਜਾਂਦੇ ਆ, ਉਹਨਾਂ ਨੂੰ ਆਪਾਂ ਘਟਾ ਸਕਦੇ ਹੈਗੇ ਆ। ਸੋ ਹੁਣ ਆਪਾਂ ਗੱਲ ਕਰਦੇ ਹੈਗੇ ਆ ਵੀ ਆਪਣੇ ਕੀ ਆਪਾਂ ਕਰ ਸਕਦੇ ਹਾਂ ਘਰੇ ਆਪਣੇ ਜਿਹਦੇ ਨਾਲ ਆਪਣੀ ਸ਼ੂਗਰ ਦੀ ਵਧੀਆ ਕੰਟਰੋਲ 'ਚ ਰਹੇ। ਸੋ ਪਹਿਲੀ ਗੱਲ ਆ ਹੈਲਥੀ ਈਟਿੰਗ ਦੀ। ਹੈਲਥੀ ਈਟਿੰਗ ਦੇ ਵਿੱਚ ਤੁਸੀਂ ਡਾਇਟੀਸ਼ਨ ਦੀ ਸਲਾਈਡਸ ਦੇ ਥਰੂ ਸਿੱਖੋਗੇ ਵੀ ਆਪਾਂ ਕੀ ਖਾਣਾ, ਕਿੰਨਾ ਖਾਣਾ, ਕਿਦੋਂ ਖਾਣਾ ਹੈਗਾ। ਮੇਨ ਹੁੰਦਾ ਵਾ ਡਾਇਬੀਟੀਜ਼ ਦੇ ਵਿੱਚ ਵੀ ਆਪਾਂ ਬੈਲੈਂਸ ਖਾਣਾ ਹੈਗਾ। ਆਪਣੇ ਲੀਸਟ ਉੱਠਣ ਤੋਂ ਘੰਟੇ 2 ਘੰਟੇ ਦੇ ਵਿੱਚ ਆਪਾਂ ਨੂੰ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ, ਨਾਸ਼ਤਾ ਕਰ ਲੈਣਾ ਚਾਹੀਦਾ, ਅਤੇ ਆਪਾਂ ਹਰ ਇੱਕ 4 ਤੋਂ 6 ਘੰਟਿਆਂ ਬਾਅਦ ਆਪਾਂ ਖਾ ਸਕਦੇ ਹੈਗੇ ਆ। ਠੀਕ ਹੈ। ਸੋ ਫਿਰ ਆਪਾਂ ਗੱਲ ਕਰਦੇ ਹਾਂ ਸਟਰੈਸ ਮੈਨੇਜ ਦੀ, ਦਵਾਈਆਂ ਦੀ, ਫਿਜ਼ੀਕਲ ਐਕਟੀਵਿਟੀ, ਸੋ ਕਸਰਤ ਦੀ, ਅਤੇ ਸ਼ੂਗਰ ਚੈੱਕ ਕਰਨ ਦੀ। ਓਕੇ। ਸੋ ਜਦੋਂ ਸਟਰੈਸ ਹੁੰਦੀ ਹੈਗੀ ਆ, ਠੀਕ ਹੈ। ਸੋ ਤੋ ਆਪਾਂ ਸਟਰੈਸ ਦੀ ਗੱਲ ਕਰਦੇ ਸੀਗੇ। ਸੋ ਸਟਰੈਸ ਜਿਹੜੀ ਹੈਗੀ ਆ ਇਹ 2 ਕਿਸਮ ਦੀ ਹੋ ਸਕਦੀ ਆ। ਆਪਣੇ ਮਨ ਦੇ ਤੌਰ 'ਤੇ ਵੀ ਹੋ ਸਕਦੀ ਹੈ, ਜਿਹਨੂੰ ਆਪਾਂ ਇਮੋਸ਼ਨਲ ਸਟਰੈਸ ਕਹਿੰਦੇ ਹਾਂ। ਆਪਣੇ ਸਰੀਰ ਦੇ ਤੌਰ 'ਤੇ ਵੀ ਹੋ ਸਕਦੀ ਹੈ, ਜਿਹਨੂੰ ਆਪਾਂ ਫਿਜ਼ੀਕਲ ਸਟਰੈਸ ਕਹਿੰਦੇ ਹਾਂ। ਸੋ ਜੇ ਆਪਣੇ ਕਿਤੇ ਜੋੜਾਂ 'ਚ ਦਰਦ ਹੁੰਦਾ ਹੈਗਾ, ਸਿਰ ਦੇ ਵਿੱਚ ਪੀੜ ਹੁੰਦੀ ਆ, ਇਹ ਆਪਾਂ ਫਿਜ਼ੀਕਲ ਸਟਰੈਸ ਕਹਿੰਦੇ ਹੈਗੇ ਆ। ਸੋ ਜਿਹੜੀ ਇਮੋਸ਼ਨਲ ਸਟਰੈਸ ਹੈਗੀ ਆ, ਇਮੋਸ਼ਨਲ ਦੇ ਵਿੱਚ ਆਪਾਂ ਨੂੰ ਹੋ ਸਕਦਾ ਮਨ ਦੇ ਤੌਰ 'ਤੇ ਕੋਈ ਸਟਰੈਸ ਹੋਵੇ, ਬੱਚਿਆਂ ਦੀ ਸਟਰੈਸ ਹੋਵੇ, ਜਾਂ ਫਾਈਨੈਂਸ਼ੀਅਲੀ ਸਟਰੈਸ ਹੋਵੇ। ਸਮਟਾਈਮਸ ਮੋਸਟਲੀ ਆਪਾਂ ਨੂੰ ਇਮੋਸ਼ਨਲ ਸਟਰੈਸ ਹੁੰਦੀ ਆ। ਸੋ ਅੱਜ ਦੇ ਦਿਨਾਂ ਦੇ ਵਿੱਚ ਆਲਮੋਸਟ ਹਰ ਇੱਕ ਪਰਸਨ ਨੂੰ, ਹਰ ਇੱਕ ਲੇਡੀ ਨੂੰ, ਮੈਨ ਨੂੰ, ਆਪਾਂ ਨੂੰ, ਇਵਨ ਕਿਡਸ ਨੂੰ ਸਟਰੈਸ ਹੁੰਦੀ ਹੈਗੀ ਆ। ਸੋ ਸਟਰੈਸ ਨੂੰ ਮੈਨੇਜ ਕਰਨਾ ਅਤੇ ਇਹਨੂੰ ਕਿਵੇਂ ਮੈਨੇਜ ਕਰਨਾ, ਇਹ ਬਹੁਤ ਜ਼ਰੂਰੀ ਆ। ਸੋ ਹੁਣ ਥੋੜ੍ਹਾ ਜਿਹਾ ਟਾਈਮ ਲੈ ਕੇ ਸੋਚੋ ਵੀ ਤੁਸੀਂ ਅੱਜ ਦੇ ਦਿਨਾਂ ਦੇ ਵਿੱਚ ਸਟਰੈਸ ਨੂੰ ਕਿਵੇਂ ਮੈਨੇਜ ਕਰਦੇ ਹੋ, ਕੀ ਤੁਹਾਡੇ ਲਈ ਕੰਮ ਕਰਦਾ ਹੈਗਾ ਅਤੇ ਕੀ ਨਹੀਂ ਕਰਦਾ ਹੈਗਾ। ਸੋ ਜਦੋਂ ਆਪਾਂ ਸਟਰੈਸ ਦੇ ਬਾਰੇ ਗੱਲ ਕਰਦੇ ਹੈਗੇ ਹਾਂ, ਪਹਿਲੀ ਗੱਲ ਆਪਾਂ ਇਹ ਪਤਾ ਕਰਨਾ ਵੀ ਸਾਨੂੰ ਸਟਰੈਸ ਹੁੰਦੀ ਕਾਹਦੇ ਤੋਂ ਆ। ਜੇ ਆਪਾਂ ਨੂੰ ਪਤਾ ਹੀ ਨਹੀਂ ਪਹਿਲੀ ਗੱਲ ਆਪਾਂ ਨੂੰ ਹੁੰਦੀ ਸਟਰੈਸ ਕਾਹਦੇ ਤੋਂ ਆ, ਫਿਰ ਇਹ ਡਿਫੀਕਲਟ ਹੋ ਜਾਂਦਾ। ਸੋ ਜਦੋਂ ਆਪਾਂ ਸੋਚ ਲਿਆ ਵੀ ਸਟਰੈਸ ਕਾਹਦੇ ਤੋਂ ਆ, ਫਿਰ ਆਪਾਂ ਉਹਦਾ ਕੋਈ ਇਲਾਜ ਵੀ ਕਰ ਸਕਦੇ ਆ। ਸੋ ਫਿਰ ਆਪਾਂ ਸੋਚਣਾ ਇਹ ਸਟਰੈਸ ਸਾਡੇ ਵੱਸ ਆ ਕਿ ਰੱਬ ਦੇ ਵੱਸ ਆ, ਰਾਈਟ। ਸੋ ਜੇ ਆਪਣੇ ਵੱਸ ਆ, ਫਿਰ ਆਪਾਂ ਨੂੰ ਦੇਖਣਾ ਪੈਣਾ ਵੀ ਇਹਦੇ ਬਾਰੇ ਕੀ ਕਰ ਸਕਦੇ ਹਾਂ। ਸੋ ਜੇ ਆਪਾਂ ਨੂੰ ਫਾਈਨੈਂਸ਼ੀਅਲ ਸਟਰੈਸ ਆ, ਫਿਰ ਆਪਾਂ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰ ਸਕਦੇ ਹਾਂ। ਜੇ ਆਪਾਂ ਨੂੰ ਫਿਜ਼ੀਕਲ ਸਟਰੈਸ ਆ, ਹੋ ਸਕਦਾ ਆਪਾਂ ਨੂੰ ਦਵਾਈ ਦੀ ਲੋੜ ਹੋਵੇ ਦਰਦ ਤੋਂ। ਸੋ ਇਹ ਪਹਿਲੀ ਗੱਲ ਆਪਾਂ ਦੇਖਣਾ ਹੈਗਾ ਵੀ ਕਿਹੜੀ ਚੀਜ਼ ਤੋਂ ਆਪਾਂ ਨੂੰ ਸਟਰੈਸ ਹੈਗੀ ਆ।
ਸੋ ਆਪਾਂ ਦੇਖ ਸਕਦੇ ਹਾਂ ਵੀ ਸਟ੍ਰੈਸ ਨੂੰ ਕਿਵੇਂ ਮੈਨੇਜ ਕਰਨਾ ਹੈਗਾ। ਸੋ ਇਹ ਪੇਜ 'ਤੇ ਤੁਸੀਂ ਪਿਕਚਰਸ ਦੇਖ ਰਹੇ ਹੋ ਜਾਂ ਪੜ੍ਹ ਰਹੇ ਹੈਗੇ ਹੋ ਵੀ ਆਪਾਂ ਸਟ੍ਰੈਸ ਨੂੰ ਮੈਨੇਜ ਕਰਨ ਲਈ ਆਪਾਂ ਡਾਂਸਿੰਗ ਕਰ ਸਕਦੇ ਹਾਂ, ਭੰਗੜਾ ਪਾ ਸਕਦੇ ਹਾਂ, ਬੱਚਿਆਂ ਛੋਟਿਆਂ ਨਾਲ ਡਾਂਸਿੰਗ ਕਰ ਸਕਦੇ ਹਾਂ, ਜਾਂ ਆਪਾਂ ਪਾਠ ਪੂਜਾ ਕਰ ਸਕਦੇ ਹਾਂ, ਮੈਡੀਟੇਸ਼ਨ, ਰਿਲੈਕਸੇਸ਼ਨ ਕਰ ਸਕਦੇ ਹਾਂ, ਜਾਂ ਫਿਰ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਜਦੋਂ ਆਪਾਂ ਗੱਲਬਾਤ ਕਰਦੇ ਹੈਗੇ ਹਾਂ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਕਿਵੇਂ ਆਪ ਨੂੰ ਮਨ ਨੂੰ ਹੌਲਾ ਕਰਨ ਲਈ। ਸੋ ਇਹਦੇ ਆਪਾਂ ਕਾਉਂਸਲਿੰਗ ਨਾਲ ਗੱਲ ਕਰ ਸਕਦੇ ਹਾਂ ਜਾਂ ਫਿਰ ਆਪਾਂ ਆਪਣੇ ਫਰੈਂਡਸ ਨਾਲ, ਫੈਮਿਲੀ ਮੈਂਬਰਸ ਨਾਲ ਗੱਲ ਕਰ ਸਕਦੇ ਹਾਂ। ਸੋ ਪਰ ਇਹ ਬਹੁਤ ਜ਼ਰੂਰੀ ਆ ਨੋਟਿਸ ਕਰਨ ਲਈ ਵੀ ਜੇ ਸਾਨੂੰ ਕਾਫੀ ਜ਼ਿਆਦਾ ਸਟ੍ਰੈਸ ਆ ਅਤੇ ਫੈਮਿਲੀ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਔਖਾ ਹੋ ਜਾਂਦਾ ਗੱਲਬਾਤ ਕਰਨਾ, ਅਤੇ ਕਾਉਂਸਲਿੰਗ ਵੀ ਅਵੇਲੇਬਲ ਹੈਗੀ ਆ ਆਪਣੇ ਡਾਇਬਟੀਜ਼ ਦੇ ਪ੍ਰੋਗਰਾਮ ਦੇ ਥਰੂ। ਠੀਕ ਹੈ, ਪਰ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ। ਈਵਨ 5 ਮਿੰਟ ਕੱਢੋ, 10 ਮਿੰਟ ਕੱਢੋ, ਸਪੈਸ਼ਲੀ ਲੇਡੀਜ਼ ਲਈ, ਤਾਂ ਕਿ ਉਹ ਹਮੇਸ਼ਾ ਹੀ ਕਾਫੀ ਭੱਜ ਦੌੜ ਸਾਰੇ ਕਰਦੀਆਂ ਨੇ ਅਤੇ ਆਪਣੇ ਲਈ ਟਾਈਮ ਨਹੀਂ ਕੱਢਦੀਆਂ ਹੈਗੀਆਂ। ਸੋ ਸਾਰਿਆਂ ਨੂੰ ਹੀ ਜ਼ਰੂਰੀ ਹੈਗਾ ਐਟਲੀਸਟ 5-10 ਮਿੰਟ ਰੋਜ਼ ਦੇ ਵਿੱਚ ਆਪਦੇ ਲਈ ਟਾਈਮ ਜ਼ਰੂਰ ਕੱਢੋ। ਸੋ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਵੀ ਐਕਸਰਸਾਈਜ਼ ਦੇ ਕੀ ਫਾਇਦੇ ਨੇ। ਐਕਸਰਸਾਈਜ਼ ਦੇ ਕਾਫੀ ਫਾਇਦੇ ਨੇ। ਸੋ ਜੇ ਤੁਸੀਂ ਉਹ ਬੁੱਕ ਦੇ ਵਿੱਚ ਦੇਖੋਗੇ ਡਾਇਬਟੀਜ਼ ਐਂਡ ਹੈਲਥ, ਪੇਜ 28 ਤੋਂ ਲਾ ਕੇ 29 ਤੱਕ ਦੱਸਿਆ ਗਿਆ ਹੈਗਾ ਵੀ ਕੀ ਫਾਇਦੇ ਆ। ਸੋ ਪਹਿਲਾ ਨੰਬਰ 1 ਫਾਇਦਾ ਆਪਣੇ ਲਈ ਸਭ ਤੋਂ ਜ਼ਿਆਦਾ ਹੈਗਾ, ਇਹਦੇ ਨਾਲ ਆਪਣੀ ਸ਼ੂਗਰ ਠੀਕ ਹੁੰਦੀ ਹੈ, ਸ਼ੂਗਰ ਕੰਟਰੋਲ 'ਚ ਆਉਂਦੀ ਆ, ਤਾਂ ਕਿ ਜਿਹੜੀ ਮਸਲ ਸੈਲਸ ਨੂੰ ਆਪਾਂ ਵਰਤਦੇ ਹਾਂ ਉਹ ਮਸਲ ਸੈਲਸ ਫਿਰ ਸ਼ੂਗਰ ਨੂੰ ਹੋਰ ਆਪਣੇ ਖੂਨ 'ਚੋਂ ਖਿੱਚਦੀਆਂ ਨੇ ਵਰਤਣ ਲਈ। ਠੀਕ ਹੈ, ਅਤੇ ਫਿਰ ਆਪਣੀ ਐਨਰਜੀ ਇੰਪਰੂਵ ਹੁੰਦੀ ਆ, ਆਪਾਂ ਨੂੰ ਤਾਕਤ ਹੋਰ ਮਿਲਦੀ ਆ, ਆਪਣਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਆਉਂਦਾ, ਕੋਲੈਸਟਰੋਲ ਨੂੰ ਵੀ ਆਪਾਂ ਕੰਟਰੋਲ 'ਚ ਕਰ ਸਕਦੇ ਹਾਂ, ਆਪਣੇ ਜੋੜਾਂ ਨੂੰ ਵੀ ਆਪਾਂ ਤਾਕਤ ਦਿੰਦੇ ਹੈਗੇ ਹਾਂ ਐਕਸਰਸਾਈਜ਼ ਜਦੋਂ ਕਰਦੇ ਹੈਗੇ ਹਾਂ। ਐਂਡ ਵੇਟ ਵੀ ਆਪਣਾ ਕੰਮ ਹੋ ਸਕਦਾ, ਆਪਣਾ ਜਿੰਨਾ ਬਾਡੀ ਵੇਟ ਚਾਹੀਦਾ ਉਹਨਾਂ ਆਪਾਂ ਘਟਾ ਸਕਦੇ ਹਾਂ ਐਕਸਰਸਾਈਜ਼ ਦੇ ਨਾਲ। ਪਲੱਸ ਇਹਦੇ ਨਾਲ ਆਪਣੀ ਨੀਂਦ ਵੀ ਇੰਪਰੂਵ ਹੁੰਦੀ ਆ। ਸੋ ਲਾਟ ਆਫ ਟਾਈਮਸ ਜਦੋਂ ਆਪਾਂ ਆਪਣੀ ਬਾਡੀ ਨੂੰ ਯੂਜ਼ ਨਹੀਂ ਕੀਤਾ ਗਿਆ ਹੁੰਦਾ, ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹਾਂ, ਪਰ ਐਕਸਰਸਾਈਜ਼ ਦੇ ਨਾਲ ਉਹ ਥਕਾਵਟ ਠੀਕ ਹੁੰਦੀ ਹੈ ਅਤੇ ਨਾਲੇ ਆਪਣੀ ਨੀਂਦ ਵੀ ਇੰਪਰੂਵ ਹੁੰਦੀ ਹੈਗੀ ਆ। ਸੋ ਡਿਫਰੈਂਟ ਟਾਈਪਸ ਦੀ ਐਕਸਰਸਾਈਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ। ਪਹਿਲੀ ਐਕਸਰਸਾਈਜ਼ ਹੈਗੀ ਆ ਐਰੋਬਿਕਸ। ਸੋ ਐਰੋਬਿਕਸ ਦਾ ਮਤਲਬ ਹੈਗਾ ਵੀ ਜਿੱਥੇ ਆਪਾਂ ਆਪਣੀ ਦਿਲ ਦੀ ਧੜਕਣ ਨੂੰ ਵਧਾਉਂਦੇ ਹਾਂ, ਆਪਣੀ ਖੂਨ ਦੀ ਸਰਕੂਲੇਸ਼ਨ ਨੂੰ ਇੰਪਰੂਵ ਕਰਦੇ ਹੈਗੇ ਆ। ਸੋ ਇਹ ਐਕਸਰਸਾਈਜ਼ ਜਿਹੜੀ ਹੈਗੀ ਆ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਐਟਲੀਸਟ 30 ਮਿੰਟ ਆਪਾਂ 5 ਦਿਨ ਹਫ਼ਤੇ ਦੇ ਵਿੱਚ ਕਰੀਏ। ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਰਾਈਟ ਅਵੇ 30 ਮਿੰਟ ਕਰਨ ਲੱਗ ਜਾਓ 5 ਦਿਨ, ਪਰ ਜੇ ਤੁਸੀਂ ਐਕਸਰਸਾਈਜ਼ ਅੱਗੇ ਕਦੇ ਨਹੀਂ ਕੀਤੀ ਹੈਗੀ, ਸੋ ਈਵਨ ਆਪਾਂ ਜੇ 10 ਮਿੰਟ ਵੀ ਖਾਣੇ ਤੋਂ ਬਾਅਦ ਤੁਰਦੇ ਹੈਗੇ ਆ, 10 ਮਿੰਟ ਹਰ ਇੱਕ ਤਿੰਨੇ ਖਾਣਿਆਂ ਤੋਂ ਬਾਅਦ ਤੁਰਦੇ ਆਪਾਂ ਨੂੰ 30 ਮਿੰਟ ਮਿਲ ਜਾਂਦੇ ਹੈਗੇ ਆ। ਪਰ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਹੌਲੀ ਹੌਲੀ ਇਹਨੂੰ ਇਨਕਰੀਜ਼ ਕਰੋ, ਵਧਾਓ। ਮੇਬੀ 2 ਦਿਨ 'ਤੇ ਸ਼ੁਰੂ ਕਰ ਲਓ ਪਹਿਲਾਂ, ਰਾਈਟ। ਸੋ 2 ਦਿਨ ਤੋਂ ਬਾਅਦ ਫਿਰ 3 ਦਿਨ ਕਰ ਲਓ, ਫਿਰ 4 ਦਿਨ ਕਰ ਲਓ, ਫਿਰ 5 ਦਿਨ ਕੋਸ਼ਿਸ਼ ਕਰੋ ਵੀ ਆਪਣੇ 2 ਦਿਨ ਤੋਂ ਵੱਧ ਨਾ ਮਿਸ ਹੋਣ ਵਿਚਾਲੇ। ਠੀਕ ਹੈ, ਜੇ ਆਪਾਂ 2 ਦਿਨ ਤੋਂ ਵੱਧ ਮਿਸ ਕਰਦੇ ਹਾਂ ਆਪਣਾ ਸਰੀਰ ਉਹੀ ਬੈਕ ਨੋਰਮਲ ਸਟੇਟ 'ਤੇ ਚਲਾ ਜਾਂਦਾ ਹੈਗਾ। ਸੋ ਸਾਈਕਲ ਚਲਾ ਸਕਦੇ ਹਾਂ, ਦੌੜ ਕੇ ਆ ਸਕਦੇ ਹਾਂ, ਪਾਣੀ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਹਾਂ, ਜਾਂ ਫਿਰ ਆਪਾਂ ਚੇਅਰ 'ਤੇ ਬਹਿ ਕੇ ਐਕਸਰਸਾਈਜ਼ ਕਰ ਸਕਦੇ ਹਾਂ, ਸਪੈਸ਼ਲੀ ਉਹਨਾਂ ਲਈ ਜਿਨ੍ਹਾਂ ਨੂੰ ਜੋੜਾਂ ਦੀ ਪ੍ਰੋਬਲਮ ਹੈਗੀ ਆ। ਸੋ ਚੇਅਰ 'ਤੇ ਬਹਿ ਕੇ ਐਕਸਰਸਾਈਜ਼ ਕਰਨੀ ਜਾਂ ਪਾਣੀ 'ਚ ਐਕਸਰਸਾਈਜ਼ ਕਰਨੀ ਬਹੁਤ ਵਧੀਆ ਹੈਗੀ ਆ। ਇਹਦੇ ਨਾਲ ਆਪਣੀ ਦਿਲ ਆਪਣਾ ਜਿਹੜਾ ਹਾਰਟ ਹੈਗਾ ਉਹ ਪੂਰਾ ਇਹਨੂੰ ਸਟਰੈਂਥ ਮਿਲਦੀ ਹੈਗੀ ਆ, ਤਾਂ ਕਿ ਇਹ ਚੰਗੀ ਤਰ੍ਹਾਂ ਫਿਰ ਖੂਨ ਆਪਣੇ ਸਾਰੇ ਸਰੀਰ ਦੇ ਵਿੱਚ ਪਹੁੰਚਾ ਸਕਦਾ ਹੈਗਾ ਵਾ। ਠੀਕ ਹੈ, ਸੋ ਕੋਸ਼ਿਸ਼ ਕਰਿਓ ਜੇ ਹੁਣ ਆਪਾਂ ਐਕਸਰਸਾਈਜ਼ ਨਹੀਂ ਕਰਦੇ ਤਾਂ 10 ਮਿੰਟ 'ਤੇ ਸ਼ੁਰੂ ਕਰ ਲਓ, ਫਿਰ ਹੌਲੀ ਹੌਲੀ ਇਹਨੂੰ ਵਧਾ ਲਓ ਤਾਂ ਕਿ ਤੁਸੀਂ 5 ਦਿਨ ਕਰ ਸਕਦੇ ਹੋ। ਸੋ ਦੂਸਰੀ ਜਿਹੜੀ ਐਕਸਰਸਾਈਜ਼ ਹੈਗੀ ਆ ਉਹ ਹੈਗੀ ਰੈਜ਼ਿਸਟੈਂਸ। ਸੋ ਰੈਜ਼ਿਸਟੈਂਸ ਦਾ ਮਤਲਬ ਹੈਗਾ ਜਿੱਥੇ ਆਪਾਂ ਆਪਣੀ ਮਸਲਸ ਨੂੰ ਯੂਜ਼ ਕਰਦੇ ਹੈਗੇ ਆ। ਸੋ ਮਸਲਸ ਨੂੰ ਵਰਤਣ ਲਈ ਜੇ ਤੁਸੀਂ ਐਕਸਰਸਾਈਜ਼ ਨਹੀਂ ਇਹ ਕਦੀ ਕੀਤੀ ਹੈਗੀ, ਮੇਬੀ ਸਲੋਲੀ ਸਟਾਰਟ ਕਰ ਲਓ, ਆਪਣਾ ਓਨ ਸਰੀਰ ਦਾ ਭਾਰ ਚੱਕਣ ਦੀ ਟਰਾਈ ਕਰ ਲਓ। ਸੋ ਜਿਵੇਂ ਸਿਟ ਅਪਸ ਕਰਨੀਆਂ, ਪੁਸ਼ ਅਪਸ ਕਰਨੀਆਂ, ਕੰਧ ਦੇ ਨਾਲ ਪੁਸ਼ ਅਪਸ ਕਰਨੀਆਂ, ਸੋ ਲੱਤਾਂ ਬਾਹਾਂ ਨੂੰ ਉੱਪਰ ਥੱਲੇ ਚੱਕਣਾ ਹੈਗਾ। ਠੀਕ ਹੈ, ਸੋ ਰੈਜ਼ਿਸਟੈਂਟ ਬੈਂਡਸ ਦੇ ਨਾਲ ਆਪਣਾ ਇੱਕ ਤਾਂ ਮਸਲਸ ਇੰਪਰੂਵ ਹੁੰਦੀ ਹੈਗੀ ਆ, ਅਤੇ ਦੂਸਰਾ ਆਪਣੀ ਜਿਹੜੀ ਸੈਲਫ ਰੈਜ਼ਿਸਟੈਂਸ ਆ, ਸੋ ਜਿਹੜੀ ਉਹ ਮਸਲ ਜਿਹੜੀ ਆਪਣੀ ਇਨਸਨ ਚੰਗੀ ਤਰ੍ਹਾਂ ਨਹੀਂ ਕੰਮ ਕਰਦੀ ਸੀ ਸਰੀਰ 'ਚ, ਉਹ ਚੰਗੀ ਤਰ੍ਹਾਂ ਕੰਮ ਕਰਨ ਲੱਗ ਜਾਂਦੀ ਆ। ਪਲੱਸ ਇਹ ਐਕਸਰਸਾਈਜ਼ ਨਾਲ ਵੇਟ ਵੀ ਆਪਣਾ ਘੱਟਦਾ ਹੈਗਾ ਵਾ। ਠੀਕ ਹੈ, ਇਹ ਸਾਨੂੰ ਰੋਜ਼ ਨਹੀਂ ਕਰਨ ਦੀ ਲੋੜ ਹੈਗੀ, ਐਟਲੀਸਟ 3 ਦਿਨ ਹਫ਼ਤੇ ਦੇ ਵਿੱਚ ਗੁੱਡ ਆਈਡੀਆ ਵਾ ਕਰਨ ਲਈ।
ਇਹ ਤੁਸੀਂ ਈਦਰ ਰੈਜ਼ਿਸਟੈਂਟ ਬੈਂਡਸ ਜਿਹੜੀਆਂ ਮਿਲ ਜਾਂਦੀਆਂ ਉਹ ਯੂਜ਼ ਕਰ ਸਕਦੇ ਹੋ, ਜਾਂ ਜਿਹੜੇ ਲਾਈਟ ਵੇਟਸ ਮਿਲ ਜਾਂਦੇ ਆ ਉਹ ਯੂਜ਼ ਕਰ ਸਕਦੇ ਹੋ। ਸਾਡੇ ਕਲਾਸ ਦੇ ਵਿੱਚ ਇੱਕ ਆਂਟੀ ਸੀ, ਉਹ ਕਹਿੰਦੇ ਅਸੀਂ ਤਾਂ ਜਿਹੜੇ ਦੁੱਧ ਦੀਆਂ ਕੈਨੀਆਂ ਨੇ ਉਹਨਾਂ ਨੂੰ ਖਾਲੀ ਕਰਕੇ ਕਹਿੰਦੇ ਪਾਣੀ ਦੀਆਂ ਥੋੜ੍ਹੀਆਂ ਭਰ ਕੇ ਯੂਜ਼ ਕਰ ਲਈਆਂ ਸੀ ਆਪਣੇ ਆਪ ਨੂੰ ਟ੍ਰੇਨ ਕਰਨ ਲਈ। ਸੋ ਪਹਿਲਾਂ ਥੋੜ੍ਹੀ ਕਰ ਲਿਆ ਪਾਣੀ, ਫਿਰ ਥੋੜ੍ਹਾ ਵਧਾ ਕੇ ਪੂਰੀਆਂ ਫਿਰ ਕੈਨੀਆਂ 'ਤੇ ਚੱਕਣ ਲੱਗ ਗਏ ਸੀਗੇ ਹੱਥਾਂ ਨਾਲ। ਸੋ ਇਹ ਤੁਹਾਡੀ ਚੋਇਸ ਆ ਕਿਵੇਂ ਇਹਨੂੰ ਕਰਨੀ ਆ। ਸੋ ਜਿਵੇਂ ਪਿਕਚਰਸ ਦੇਖ ਰਹੇ ਹੋ ਤੁਸੀਂ ਵੀ ਬੁੱਕਸ ਯੂਜ਼ ਕਰ ਸਕਦੇ ਆ ਸੋ ਇਹ ਤੁਸੀਂ ਐਕਸਰਸਾਈਜ਼ ਚੇਅਰ 'ਤੇ ਬਹਿ ਕੇ ਵੀ ਕਰ ਸਕਦੇ ਹੈਗੇ ਹੋ। ਡਾਇਬੀਟੀਜ਼ ਕੈਨੇਡਾ ਦੀ ਵੈਬਸਾਈਟ 'ਤੇ ਐਕਸਰਸਾਈਜ਼ਸ ਪੈਂਫਲੇਟਸ ਵੀ ਹੈਗੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਐਗਜ਼ਾਮਪਲਸ ਵੀ ਐਕਸਰਸਾਈਜ਼ ਕਿਵੇਂ ਕਰਨੀ ਹੈਗੀ ਆ ਅਤੇ ਕਿਹੜੀ ਐਕਸਰਸਾਈਜ਼ ਪੋਜੀਸ਼ਨਸ ਹੈਗੇ ਜਿਹੜੇ ਤੁਸੀਂ ਕਰ ਸਕਦੇ ਹੈਗੇ ਹੋ। ਪਰ ਪਹਿਲੀ ਗੱਲ ਆ, ਜੇ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਹੈਗੀ, ਨਹੀਂ ਕਦੀ ਵੇਟ ਚੱਕੇ, ਕਦੇ ਰੈਜ਼ਿਸਟੈਂਟ ਬੈਂਡਸ ਨਹੀਂ ਵਰਤੀਆਂ, ਆਪਣੇ ਸਰੀਰ ਦੇ ਭਾਰ ਹੀ ਚੱਕਣ ਦੀ ਪਹਿਲਾਂ ਟਰਾਈ ਕਰੋ, ਉਹਨੂੰ ਸ਼ੁਰੂ ਕਰੋ, ਫਿਰ ਹੌਲੀ ਇਹਨੂੰ ਵਧਾਓ। ਸੋ ਜੇ ਆਪਾਂ ਰੈਜ਼ਿਸਟੈਂਟ ਬੈਂਡਸ ਵਰਤਦੇ ਹੈਗੇ ਆ, ਜਿੰਨੀ ਦੂਰੀ 'ਤੇ ਫੜਦੇ ਹਾਂ ਉਨੀ ਘੱਟ ਰੈਜ਼ਿਸਟੈਂਟ ਹੁੰਦੀ ਆ। ਸੋ ਪਹਿਲਾਂ ਘੱਟ ਰੈਜ਼ਿਸਟੈਂਟ 'ਤੇ ਸ਼ੁਰੂ ਕਰ ਲਓ, ਫਿਰ ਹੌਲੀ ਇਹਦੀ ਰੈਜ਼ਿਸਟੈਂਟ ਵਧਾ ਲਓ, ਠੀਕ ਹੈ, ਤਾਂ ਕਿ ਪਰ ਮੇਕ ਸ਼ੋਰ ਕਰਿਓ ਵੀ ਆਪਦੇ ਕੋਈ ਮਸਲਸ ਨੂੰ ਨਾ ਪੁੱਲ ਕਰ ਲਿਓ। ਅਤੇ ਜੇ ਤੁਸੀਂ ਇਹ ਐਕਸਰਸਾਈਜ਼ ਨਹੀਂ ਕੀਤੀ, ਮੇਬੀ ਤੁਸੀਂ ਟ੍ਰੇਨਿੰਗ ਕਿਸੇ ਤੋਂ ਲੈ ਸਕਦੇ ਹੋ। ਜੇ ਘਰ ਦੇ ਵਿੱਚ ਕੋਈ ਹੈਗਾ ਜਿਹੜਾ ਕਰਦਾ ਹੈਗਾ ਐਕਸਰਸਾਈਜ਼, ਮੇਬੀ ਉਹਨਾਂ ਤੋਂ ਸਿੱਖ ਸਕਦੇ ਹੈਗੇ ਹੋ। ਪਰ ਇਹ ਵੀ ਐਕਸਰਸਾਈਜ਼ ਵਾਕਿੰਗ ਦੇ ਨਾਲ ਇਹ ਵੀ ਆਪਾਂ ਨੂੰ ਜ਼ਰੂਰੀ ਹੈਗੀ ਆ, ਤਾਂ ਕਰਕੇ ਆਪਾਂ ਵੇਟ ਨੂੰ ਕੰਟਰੋਲ 'ਚ ਰੱਖੀਏ ਅਤੇ ਨਾਲੇ ਆਪਣੀ ਸ਼ੂਗਰਸ ਨੂੰ ਕੰਟਰੋਲ 'ਚ ਲਿਆਈਏ। ਸੋ ਆਪਾਂ ਗੱਲ ਕੀਤੀ ਸੀ ਐਕਸਰਸਾਈਜ਼ਾਂ ਦੀ, ਅਤੇ ਪਲੱਸ ਆਪਾਂ ਨੂੰ ਜਿਹੜੀ ਸਟਰੈਚਿੰਗ ਹੈਗੀ ਆ, ਸਟਰੈਚਿੰਗ ਵੀ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਆਪਾਂ ਐਕਸਰਸਾਈਜ਼ ਕਰਨੀ, ਆਪਾਂ ਨੂੰ ਐਕਸਰਸਾਈਜ਼ ਤੋਂ ਪਹਿਲਾਂ ਅਤੇ ਬਾਅਦ 'ਚ ਦੋਨੇ ਟਾਈਮ ਸਟਰੈਚ ਕਰ ਲੈਣਾ ਚਾਹੀਦਾ। ਜਿਹੜੀ ਐਕਸਰਸਾਈਜ਼ ਆਪਾਂ ਇਹ ਬੈਸਟ ਹੈਗੀ ਜਦੋਂ ਆਪਾਂ ਖਾਣੇ ਤੋਂ ਬਾਅਦ ਕਰੀਏ, ਤਾਂ ਕਰਕੇ ਜਿਹੜੀ ਸ਼ੂਗਰ ਆਪਣੇ ਖੂਨ ਦੇ ਵਿੱਚ ਗਈ ਹੁੰਦੀ ਹੈ ਖਾਣੇ ਦੇ ਨਾਲ, ਉਹ ਫਿਰ ਆਪਾਂ ਉਹਨੂੰ ਵਰਤ ਸਕਦੇ ਹੈਗੇ ਆ। ਬਿਕਾਜ਼ ਜਦੋਂ ਆਪਾਂ ਐਕਸਰਸਾਈਜ਼ ਸਵੇਰੇ ਸਾਹ ਜਿਹੜੇ ਨਿਕਾਲ 'ਚ ਕਰਦੇ ਹਾਂ, ਬਿਨਾਂ ਕੁਛ ਖਾਧੇ ਕਰਦੇ ਹਾਂ, ਤਾਂ ਆਪਣੀ ਸਰੀਰ ਨੂੰ ਫਿਊਲ ਤਾਂ ਚਾਹੀਦਾ ਹੁੰਦਾ, ਪਰ ਉਹ ਫਿਰ ਫਿਊਲ ਜਿਹੜਾ ਹੈਗਾ ਉਹ ਆਪਣੇ ਸ਼ੂਗਰ ਆਪਾਂ ਨੂੰ ਮਿਲਦੀ ਹੈਗੀ ਆਪਣੀ ਲਿਵਰ ਤੋਂ, ਆਪਣੇ ਜਿਗਰੇ ਤੋਂ, ਇਨਸਟੈਡ ਆਫ ਖਾਣੇ ਤੋਂ। ਸੋ ਬੈਸਟ ਹੈਗਾ ਵੀ ਤੁਸੀਂ ਐਕਸਰਸਾਈਜ਼ ਕਰਨੀ ਹੈਗੀ ਅਤੇ ਖਾਣੇ ਤੋਂ ਬਾਅਦ 'ਚ ਕਰੋ, ਠੀਕ ਹੈ। ਬਾਕੀ ਜਿਹੜਾ ਜੇ ਆਪਾਂ ਕਦੀ ਵੀ ਐਕਸਰਸਾਈਜ਼ ਨਹੀਂ ਕੀਤੀ ਹੈਗੀ, ਸੋ ਆਪਾਂ 40 ਸਾਲ ਤੋਂ ਉੱਪਰ ਹੈਗੇ ਆ, ਤਾਂ ਫਿਰ ਆਪਣੀ ਡਾਕਟਰ ਨਾਲ ਆਪਾਂ ਨੂੰ ਜ਼ਰੂਰ ਕੰਸਲਟ ਕਰ ਲੈਣਾ ਚਾਹੀਦਾ। ਸਪੈਸ਼ਲੀ ਜੇ ਲਾ ਲਓ ਆਪਾਂ ਹੁਣ ਥੋੜ੍ਹਾ ਮੋਟਾ ਤੁਰਨ ਜਾਂਦੇ ਹਾਂ, ਪਰ ਹੁਣ ਆਪਾਂ ਦੌੜਨਾ ਮੰਗਦੇ ਹੈਗੇ ਆ, ਤਾਂ ਫਿਰ ਆਪਾਂ ਨੂੰ ਬਹੁਤ ਜ਼ਰੂਰੀ ਆਪਣੇ ਡਾਕਟਰ ਨਾਲ ਕੰਸਲਟ ਕਰਨ ਲਈ, ਠੀਕ ਹੈ। ਐਕਸਰਸਾਈਜ਼ ਕਰਨ ਦੇ ਵੇਲੇ ਜੇ ਛਾਤੀ ਦੇ ਵਿੱਚ ਦਰਦ ਹੁੰਦਾ ਹੈਗਾ, ਫਿਰ ਤੁਸੀਂ ਸਟਾਪ ਕਰੋ ਆਪਣੀ ਐਕਸਰਸਾਈਜ਼, ਸਟਾਪ ਕਰਕੇ ਦੇਖੋ ਛਾਤੀ ਦਾ ਦਰਦ ਜਾਂਦਾ ਕਿ ਨਹੀਂ ਜਾਂਦਾ। ਜੇ ਨਹੀਂ ਜਾਂਦਾ ਹੈਗਾ, ਮੇਬੀ ਹੋ ਸਕਦਾ ਆਪਾਂ 911 ਨੂੰ ਕਾਲ ਕਰਨ ਦੀ ਲੋੜ ਹੈਗੀ ਆ। ਜਾਂ ਜੇ ਆਪਾਂ ਨੂੰ ਲੱਗਦਾ ਆਪਾਂ ਬੇਹੋਸ਼ ਹੋ ਕੇ ਡਿੱਗਣ ਲੱਗੇ ਹਾਂ, ਜਾਂ ਆਪਾਂ ਨੂੰ ਦਿਲ ਕੱਚਾ ਹੁੰਦਾ ਹੈਗਾ, ਜਾਂ ਹਾਰਟਬਰਨ ਹੁੰਦੀ ਹੈਗੀ ਆ, ਜਾਂ ਥੋੜ੍ਹੀ ਸ਼ੂਗਰ ਲੱਗਦਾ ਸਾਨੂੰ ਘਟੀ ਹੈਗੀ ਆ। ਸੋ ਲਾ ਲਓ ਜੇ ਹੱਥ ਪੈਰ ਕੰਮਦੇ ਆ, ਸਰੀਰ ਕੰਮਦਾ ਹੈਗਾ, ਸੋ ਸ਼ੂਗਰ ਹੋ ਸਕਦਾ ਘੱਟ ਹੋਈ ਹੋਵੇ। ਪੈਰ ਦੇ ਵਿੱਚ ਜੇ ਸੱਟ ਵਗੈਰਾ ਹੋਵੇ, ਜਾਂ ਕੋਈ ਵੀ ਦਰਦ ਹੁੰਦਾ ਹੈਗਾ ਹੋਵੇ, ਸੋ ਆਪਾਂ ਐਕਸਰਸਾਈਜ਼ ਉਦੋਂ ਆਪਾਂ ਨੂੰ ਸਟਾਪ ਕਰ ਲੈਣੀ ਚਾਹੀਦੀ ਆ। ਸੋ ਜਦੋਂ ਸ਼ੂਗਰ ਲੋ ਹੁੰਦੀ ਹੈਗੀ ਆ, ਆਪਾਂ ਇਹਦੀ ਟਰੀਟਮੈਂਟ ਦੀ ਗੱਲ ਕਰਾਂਗੇ, ਪਰ ਆਪਾਂ ਅਗਲੇ Day 2 ਦੀ ਸੈਸ਼ਨ ਦੇ ਵਿੱਚ ਉਹ ਗੱਲ ਕਰਾਂਗੇ। ਆਮ ਸ਼ੂਗਰ ਲੋ ਆਪਾਂ ਨੂੰ ਹੋ ਜਾਂਦੀ ਹੈ ਜੇ ਕੋਈ ਦਵਾਈਆਂ ਤੋਂ ਵੀ, ਅਤੇ ਜੇ ਆਪਾਂ ਲੰਬਾ ਟਾਈਮ ਹੋ ਗਿਆ ਹੋਵੇ ਖਾਣਾ ਖਾਧੇ ਤੋਂ ਵੀ। ਸੋ ਇਹਨੂੰ ਟਰੀਟ ਕਿਵੇਂ ਕਰਨਾ, ਆਪਾਂ ਕੋਈ ਜਲੇਬੀ ਲੱਡੂ ਨਹੀਂ ਲੈਣਾ ਹੈਗਾ, ਆਪਾਂ ਇਹਦੇ ਨੂੰ ਲਈ 15 ਗ੍ਰਾਮ ਸ਼ੂਗਰ ਚਾਹੀਦੀ ਹੈ। ਸੋ 15 ਗ੍ਰਾਮ ਸ਼ੂਗਰ ਈਦਰ ਆਪਾਂ 3 ਛੋਟੇ ਚਮਚੇ ਚੀਨੀ ਦੇ, ਖੰਡ ਦੇ, ਜਾਂ 1 ਵੱਡਾ ਚਮਚਾ ਮਖਿਆਲ ਦਾ, ਸ਼ਹਿਦ ਦਾ, ਜਾਂ ਫਿਰ ਆਪਾਂ ਅੱਧਾ ਗਲਾਸ ਜੂਸ ਦਾ ਪੀ ਸਕਦੇ ਹੈਗੇ ਆ। ਇਹਨਾਂ 'ਚੋਂ ਇੱਕ ਚੀਜ਼ ਲੈ ਕੇ ਫਿਰ ਆਪਾਂ 15 ਮਿੰਟਾਂ ਦੁਆਰਾ ਬਾਅਦ ਸ਼ੂਗਰ ਚੈੱਕ ਕਰਨੀ ਹੈਗੀ ਆ। ਸੋ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ। ਸੋ ਜੇ ਤੁਸੀਂ ਦਵਾਈਆਂ ਦੇਖਣਾ ਮੰਗਦੇ ਹੋ ਵੀ ਕਿਹੜੀ ਦਵਾਈ ਹੈ, ਕਿਵੇਂ ਕੰਮ ਕਰਦੀ ਹੈ, ਇਹ ਤੁਸੀਂ ਪੇਜ 30 'ਤੇ ਆਪਣੀ ਬੁੱਕ ਦੇ ਵਿੱਚ ਦੇਖ ਸਕਦੇ ਹੋ। ਸੋ ਜਦੋਂ ਆਪਾਂ ਨੂੰ ਡਾਇਬੀਟੀਜ਼ ਹੋ ਜਾਂਦੀ ਹੈ, ਸਮਟਾਈਮਸ ਆਪਾਂ ਨੂੰ 1 ਜਾਂ 2 3 ਜਾਂ ਕਿਸਮ ਦੀਆਂ ਦਵਾਈਆਂ ਲੈਣੀਆਂ ਪੈ ਜਾਂਦੀਆਂ ਸ਼ੂਗਰ ਦੀਆਂ, ਅਤੇ ਆਪਣੀ ਸ਼ੂਗਰ ਕੰਟਰੋਲ ਕਰਨ ਲਈ ਸਮਟਾਈਮਸ ਆਪਾਂ ਨੂੰ ਇਨਸੂਲਿਨ ਦਾ ਟੀਕਾ ਵੀ ਸ਼ੁਰੂ ਕਰਨਾ ਪੈ ਸਕਦਾ ਹੈਗਾ ਵਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੱਖਰੀਆਂ ਦਵਾਈਆਂ ਦੇ ਬਾਰੇ। ਸੋ ਜਿਹੜੀ ਮੈਟਫੋਰਮਿਨ ਹੈਗੀ ਆ, ਇਹ ਪਹਿਲੀ ਯੂਜਲੀ ਦਵਾਈ ਹੈਗੀ ਆ ਜਿਹੜੀ ਆਪਾਂ ਡਾਇਬੀਟੀਜ਼ ਦੇ ਵਿੱਚ ਯੂਜ਼ ਕਰਦੇ ਹੈਗੇ। ਇਹਦੇ ਨਾਲ ਕੀ ਹੁੰਦਾ ਹੈਗਾ, ਇਹਦੇ ਨਾਲ ਆਪਣੀ ਜਿਹੜੀ ਸੈੱਲ ਦੀ ਆਪਾਂ ਰੈਜ਼ਿਸਟੈਂਸ ਦੀ ਗੱਲ ਕੀਤੀ ਸੀਗੀ, ਉਹ ਰਿਮੂਵ ਹੁੰਦੀ ਹੈ। ਸੋ ਆਪਣੀ ਜਿਹੜੀ ਚਾਬੀ ਹੈਗੀ, ਜਿਹੜੀ ਆਪਣੀ ਇਨਸੂਲਿਨ ਆ, ਚੰਗੀ ਤਰ੍ਹਾਂ ਕੰਮ ਕਰ ਸਕਦੀ ਹੈ। ਪਲੱਸ ਇਹ ਲਿਵਰ ਨੂੰ ਵੀ, ਆਪਣੇ ਜਿਹੜਾ ਜਿਗਰਾ ਹੈਗਾ, ਇਹਨੂੰ ਵੀ ਕੰਟਰੋਲ ਕਰਦੀ ਆ,
ਵੀ ਕਦੋਂ ਸ਼ੂਗਰ ਚਾਹੀਦੀ ਹੈ ਕਦੋਂ ਨਹੀਂ ਚਾਹੀਦੀ ਸਰੀਰ ਨੂੰ। ਅਤੇ ਪਲੱਸ ਆਪਣੇ ਪੈਂਕਰਸ ਨੂੰ ਵੀ ਇਹ ਥੋੜ੍ਹਾ ਜਿਹਾ ਪ੍ਰੋਟੈਕਸ਼ਨ ਦਿੰਦੀ ਹੈਗੀ ਆ, ਤਾਂ ਕਰਕੇ ਉਹਦੀ ਜ਼ਿੰਦਗੀ ਜਿਹੜੀ ਆ ਪੈਂਕਰਸ ਦੀ ਲੰਬੀ ਹੋ ਸਕੇ। ਸੋ ਇਹ ਗੋਲੀ ਜਿਹੜੀ ਹੈਗੀ ਆ ਯੂਜਲੀ ਆਪਾਂ ਨੂੰ ਸਲੋ ਡੋਜ਼ 'ਤੇ ਘੱਟ ਡੋਜ਼ 'ਤੇ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਇਹਨੂੰ ਗ੍ਰੈਜੂਅਲੀ ਵਧਾਉਣੀ ਚਾਹੀਦੀ ਹੈ, ਤਾਂ ਕਰਕੇ ਇਹਦੇ ਨਾਲ ਸਮਟਾਈਮਸ ਆਪਣੀ ਪੇਟ ਅਪਸੈਟ ਹੋ ਜਾਂਦੀ ਹੈ, ਬਲੋਡਿੰਗ ਹੋਣ ਲੱਗ ਜਾਂਦੀ ਹੈ, ਜਾਂ ਫਿਰ ਆਪਾਂ ਨੂੰ ਟੱਟੀਆਂ ਲੱਗ ਜਾਂਦੀਆਂ ਹੈਗੀਆਂ ਨੇ। ਪਰ ਜੇ ਦਵਾਈ ਦੀ ਡੋਜ਼ ਆਪਾਂ ਹੌਲੀ ਹੌਲੀ ਵਧਾਵਾਂਗੇ ਫਿਰ ਆਪਣੀ ਜਿਹੜੀ ਟੱਟੀਆਂ ਨੇ, ਆਪਣੀ ਜਿਹੜੀ GI ਅਪਸੈਟ ਹੁੰਦੀ ਆ, ਇਹ ਇੰਪਰੂਵ ਹੋ ਜਾਂਦੀ ਹੈਗੀ ਆ। ਯੂਜਲੀ 2-3 ਹਫ਼ਤੇ ਲੱਗ ਜਾਂਦੇ ਆ ਆਪਣੇ ਸਿਸਟਮ ਨੂੰ ਐਡਜਸਟ ਕਰਨ ਲਈ। ਸੋ ਇਹ ਜਿਹੜੀ ਦਵਾਈ ਹੈਗੀ ਹੈ ਗਲਾਈਬਰਾਈਡ ਜਾਂ ਡਾਇਆਮਾਈਕਰੋਨ, ਸੋ ਇਹ ਜਿਹੜੀਆਂ ਨੇ ਇਹ ਆਪਣੀ ਜਿਹੜੀ ਇਨਸੂਲਿਨ ਦੀ ਫੈਕਟਰੀ ਆ ਉਹਦੇ 'ਤੇ ਕੰਮ ਕਰਦੀਆਂ ਨੇ। ਸੋ ਲਾ ਲਓ ਆਪਾਂ ਫੈਕਟਰੀ ਖੋਲ੍ਹੀ ਹੋਵੇ, ਫੈਕਟਰੀ ਦੇ ਵਿੱਚ ਆਪਾਂ ਪ੍ਰੋਡਕਸ਼ਨ ਹੋਰ ਚਾਹੀਦੀ ਆ, ਸੋ ਫਿਰ ਆਪਣੀ ਹੋਰ ਆਪਾਂ ਪੀਪਲ ਨੂੰ ਹਾਇਰ ਕਰਦੇ ਹੈਗੇ ਆ। ਸੋ ਸੇਮ ਇਹ ਦਵਾਈ ਹੈਗੀ ਆ, ਇਹ ਹੋਰ ਪ੍ਰੋਡਕਸ਼ਨ ਵਧਾਉਂਦੀ ਹੈਗੀ ਆ ਆਪਣੀ ਪੈਂਕਰੀਅਸ ਦੀ। ਸੋ ਇਹਦੇ ਨਾਲ ਇਨਸੂਲਿਨ ਹੋਰ ਬਣਦੀ ਆ। ਇਹ ਦੋਨੇ ਦਵਾਈਆਂ ਦੀ ਰਿਸਕ, ਸਪੈਸ਼ਲੀ ਗਲਾਈਬਰਾਈਡ ਦੀ ਰਿਸਕ ਜਦੋਂ ਸ਼ੂਗਰ ਲੋ ਹੋਣ ਦੀ ਆ ਉਹ ਜ਼ਿਆਦਾ ਵੱਧ ਜਾਂਦੀ ਆ। ਸੋ ਇਹ ਜਿਹੜੀਆਂ ਦਵਾਈਆਂ ਨੇ ਸ਼ੂਗਰ ਦੀਆਂ, ਕੋਈ ਵੀ ਦਵਾਈ ਆ ਸ਼ੂਗਰ ਦੀ ਆਪਾਂ ਨੂੰ ਖਾਣੇ ਦੇ ਨਾਲ ਲੈਣੀ ਚਾਹੀਦੀ ਹੈਗੀ ਆ। ਸੋ ਗਲਾਈਬਰਾਈਡ ਯੂਜਲੀ ਸੀਨੀਅਰਸ ਦੇ ਵਿੱਚ ਯੂਜਲੀ ਘੱਟ ਵਰਤੀ ਜਾਂਦੀ ਹੈ ਤਾਂ ਕਿ ਇਹਦੀ ਰਿਸਕ ਜਿਹੜੀ ਹੁੰਦੀ ਹੈ ਲੋ ਹੋਣ ਦੀ। ਸੋ ਜੇ ਆਪਾਂ ਫਾਈਨੈਂਸ਼ਲੀ ਦੇਖ ਰਹੇ ਹੈਗੇ ਆ ਗਲਾਈਬਰਾਈਡ ਅਤੇ ਡਾਇਮਾਈਕਰੋਨ, ਸੋ ਜਿਹੜੀ ਗਲਾਈਬਰਾਈਡ ਉਹ ਸਸਤੀ ਪੈਂਦੀ ਹੈ ਡਾਇਮਾਈਕਰੋਨ ਨਾਲੋਂ। ਪਰ ਜੇ ਤੁਹਾਨੂੰ ਸ਼ੂਗਰ ਲੋ ਹੋ ਜਾਂਦੀ ਹੈ ਗਲਾਈਬਰਾਈਡ ਦੇ ਨਾਲ, ਫਿਰ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਤੁਹਾਨੂੰ ਡਾਇਮਾਈਕਰੋਨ MR, ਸੋ ਮੋਡੀਫਾਈਡ ਰਿਲੀਜ਼, ਸੋ ਇਹਦਾ ਮਤਲਬ ਹੈਗਾ ਉਹ ਜਿਹੜੀ ਗੋਲੀ ਤੁਹਾਨੂੰ ਇੱਕ ਦਿਨ ਲੈਣੀ ਪੈਂਦੀ ਹੈ ਦਿਨ ਦੇ ਵਿੱਚ ਇੱਕ ਟਾਈਮ, ਤਾਂ ਫਿਰ ਉਹ 24 ਘੰਟੇ ਕੰਮ ਕਰਦੀ ਹੈ ਅਤੇ ਜਿਹੜੀ ਰਿਸਕ ਲੋ ਸ਼ੂਗਰ ਹੋਣ ਦੀ ਆ ਉਹ ਵੀ ਘੱਟ ਜਾਂਦੀ ਹੈਗੀ ਆ। ਪਰ ਲਾਟ ਆਫ ਟਾਈਮਸ ਡਾਇਮਾਈਕਰੋਨ MR ਲਈ ਆਪਾਂ ਨੂੰ ਆਪਣੇ ਡਾਕਟਰ ਨੂੰ ਕਹਿ ਕੇ ਸਪੈਸ਼ਲ ਅਥੋਰਿਟੀ ਦੇ ਥਰੂ ਕਵਰ ਕਰਾਉਣੀ ਪੈਂਦੀ ਆ ਆਪਣੇ ਫੇਅਰ ਫਾਰਮਾਕੇਅਰ ਲਈ, ਠੀਕ ਹੈ। ਸੋ ਜਿਹੜੀ ਗਲਾਈਬਰਾਈਡ ਜਾਂ ਡਾਇਮਾਈਕਰੋਨ ਦੀ ਗੋਲੀ ਆ ਇਹ ਇੱਕ ਟਾਈਮ ਜਾਂ 2 ਟਾਈਮ ਦਿਨ ਦੇ ਵਿੱਚ ਦੱਸੀ ਜਾਂਦੀ ਆ, ਯੂਜਲੀ ਬ੍ਰੈਕਫਾਸਟ ਵੇਲੇ ਅਤੇ ਡਿਨਰ ਵੇਲੇ। ਜੇ ਡਾਇਮਾਈਕਰੋਨ MR ਆ ਮੋਡੀਫਾਈਡ ਰਿਲੀਜ਼ ਆ, ਫਿਰ ਉਹ ਆਪਾਂ ਨੂੰ ਇੱਕੋ ਹੀ ਟਾਈਮ ਲੈਣੀ ਪੈਂਦੀ ਹੈਗੀ ਆ। ਮੇਨਲੀ ਇਹ ਗੋਲੀਆਂ ਦੇ ਨਾਲ ਸਮਟਾਈਮਸ ਆਪਣਾ ਵੇਟ ਥੋੜ੍ਹਾ ਜਿਹਾ ਬਦਲਣ ਲੱਗ ਜਾਂਦਾ ਹੈਗਾ ਵਾ, ਅਤੇ ਆਪਣੀ ਸ਼ੂਗਰ ਲੋ ਹੋਣ ਦੀ ਰਿਸਕ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ ਸਪੈਸ਼ਲੀ ਗਲਾਈਬਰਾਈਡ ਦੇ ਨਾਲ। ਸੋ ਆਪਣੀਆਂ ਦਵਾਈਆਂ ਹੋਰ ਜਿਹੜੀਆਂ ਹੈਗੀਆਂ ਟ੍ਰਜੈਂਟਾ, ਅਨਗਲਾਇਜ਼ਾ, ਜਨੂਵੀਆ, ਇਹ ਵੀ ਆਪਣੀ ਡਾਇਬਟੀਜ਼ ਦੀਆਂ ਦਵਾਈਆਂ ਹੈਗੀਆਂ ਨੇ। ਇਹ ਯੂਜਲੀ ਇੱਕ ਟਾਈਮ ਹੀ ਆਪਾਂ ਨੂੰ ਲੈਣੀਆਂ ਪੈਂਦੀਆਂ ਦਿਨ ਦੇ ਵਿੱਚ। ਪਰ ਜੇ ਇਹ ਮਿਕਸ ਗੋਲੀ ਹੈਗੀ ਆ ਮੈਟਫੋਰਮਿਨ ਦੇ ਨਾਲ ਮਿਕਸ ਹੈ ਗੋਲੀ ਦੇ ਵਿੱਚ, ਇਹ ਦੋਨੇ ਦਵਾਈਆਂ ਨੇ, ਤਾਂ ਫਿਰ ਆਪਾਂ ਯੂਜਲੀ ਇੱਕ ਟਾਈਮ ਜਾਂ 2 ਟਾਈਮ ਵੀ ਲੈ ਸਕਦੇ ਹੈਗੇ ਆ ਇਹ ਦਵਾਈ। ਸੋ ਇਹ ਜਿਹੜੀਆਂ ਦਵਾਈਆਂ ਹੈਗੀਆਂ ਨੇ ਟ੍ਰਜੈਂਟਾ, ਅਨਗਲਾਇਜ਼ਾ, ਜਨੂਵੀਆ, ਇਹ ਆਪਣੇ ਆਪਾਂ ਨੂੰ ਹੈਲਪ ਕਰਦੀਆਂ ਨੇ ਵੀ ਆਪਣੀ ਜਿਹੜੀ ਭੁੱਖ ਨੂੰ ਕੰਟਰੋਲ 'ਚ ਕਰਦੀਆਂ ਨੇ, ਵੀ ਇੰਨੀ ਭੁੱਖ ਨਾ ਲੱਗੇ ਆਪਾਂ ਨੂੰ, ਠੀਕ ਹੈ। ਖਾਣੇ ਨੂੰ ਥੋੜ੍ਹਾ ਲੰਬਾ ਟਾਈਮ ਲੱਗਦਾ ਆਪਣੇ ਪੇਟ 'ਚੋਂ ਮੂਵ ਹੋਣ ਲਈ, ਗਾਂ ਪਹੁੰਚਣ ਲਈ, ਠੀਕ ਹੈ। ਪਲੱਸ ਇਹਦੇ ਨਾਲ ਇਨਸੂਲਿਨ ਵੀ ਹੋਰ ਬਣਦੀ ਆ, ਅਤੇ ਆਪਣੇ ਜਿਹੜਾ ਜਿਗਰਾ ਹੈਗਾ, ਆਪਣੀ ਲਿਵਰ ਹੈਗੀ ਆ, ਇਹਨੂੰ ਵੀ ਇਹ ਕੰਟਰੋਲ ਕਰਦੀ ਹੈਗੀ ਹੈ ਦਵਾਈ। ਇਹਦੇ ਸਾਈਡ ਇਫੈਕਟਸ ਕਾਫੀ ਘੱਟ ਨੇ, ਇੰਨਾ ਵੇਟ ਵੀ ਨਹੀਂ ਵੱਧਦਾ ਹੈਗਾ, ਨਾ ਘੱਟਦਾ ਹੈਗਾ, ਪਰ ਇਹਨਾਂ ਨਾਲ GI ਅਪਸੈਟ ਵੀ ਨਹੀਂ, ਆਪਣਾ ਪੇਟ ਵੀ ਨਹੀਂ ਇੰਨਾ ਅਪਸੈਟ ਹੁੰਦਾ ਹੈਗਾ। ਸੋ ਹੁਣ ਨਵੀਆਂ ਜਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚ ਆਈਆਂ ਨੇ, ਇੰਨੀਆਂ ਵੀ ਨਹੀਂ ਹੁਣ ਨਵੀਆਂ, ਪਰ ਹੈ ਥੋੜ੍ਹੀਆਂ ਨਵੀਆਂ, ਇਨਵੋਕੈਨਾ, ਫਰਜ਼ੀਗਾ ਅਤੇ ਜਾਰਡੀਅਨਸ। ਇਹ ਤਿੰਨੇ ਗੋਲੀਆਂ ਜਿਹੜੇ ਆਪਾਂ ਆਮ ਸਿਸਟਮ ਦੀ ਗੱਲ ਕੀਤੀ ਸੀ ਉਵੇਂ ਨਹੀਂ ਕੰਮ ਕਰਦੀਆਂ। ਸੋ ਇਹ ਕਿਵੇਂ ਕੰਮ ਕਰਦੀਆਂ ਨੇ, ਇਹ ਆਪਣੇ ਜਿਹੜਾ ਗੁਰਦੇ ਹੈਗੇ, ਆਪਣੇ ਕਿਡਨੀਸ ਹੈਗੇ ਆ, ਉਹਨਾਂ ਦਾ ਕਿਡਨੀਸ ਆਪਣੀ ਦਾ ਫੰਕਸ਼ਨ ਹੈਗਾ ਵੀ ਉਹਨਾਂ ਨੇ ਜਿਹੜੀ ਚੀਜ਼ ਚਾਹੀਦੀ ਆ ਉਹ ਰੱਖਣੀ ਆ, ਬਾਕੀ ਕਰ ਦੇਣੀ ਆ। ਸਪੈਸ਼ਲੀ ਜਿਹੜੀ ਸ਼ੂਗਰ ਹੈਗੀ ਆ ਯੂਜਲੀ ਅਬਾਊਟ 10% ਕੱਢੀ ਜਾਂਦੀ ਹੈ, 90% ਵਾਪਸ ਖਿੱਚੀ ਜਾਂਦੀ ਹੈ। ਸੋ ਇਹ ਗੋਲੀਆਂ ਦੇ ਨਾਲ ਆਪਾਂ ਨੇ ਐਕਸਟਰਾ ਸ਼ੂਗਰ ਜਿਹੜੀ ਹੈਗੀ ਆ ਪਿਸ਼ਾਬ ਤਾਂ ਹੀ ਨਿਕਲ ਜਾਂਦੀ ਹੈਗੀ ਆ। ਸੋ ਇਹ ਗੋਲੀਆਂ ਦੇ ਨਾਲ ਕਾਫੀ ਲੋਕਾਂ ਨੇ ਇਹ ਵੀ ਨੋਟਿਸ ਕੀਤਾ ਵੀ ਉਹਨਾਂ ਦਾ ਵੇਟ ਵੀ ਘਟਣ ਲੱਗ ਜਾਂਦਾ ਹੈਗਾ ਵਾ, ਫਰਕ ਪੈਂਦਾ ਥੋੜ੍ਹਾ ਮੋਟਾ ਵੇਟ ਦੇ ਵਿੱਚ। ਅਤੇ ਮੇਨ ਇਹਨਾਂ ਦਾ ਸਾਈਡ ਇਫੈਕਟ ਹੈਗਾ ਯੀਸਟ ਇਨਫੈਕਸ਼ਨ। ਸੋ ਜੇ ਆਪਣੀ ਪਿਸ਼ਾਬ ਵਾਲੀ ਜਗ੍ਹਾ ਯੀਸਟ ਇਨਫੈਕਸ਼ਨ ਜੇ ਹੋ ਜਾਵੇ, ਸੋ ਉਹਦੇ ਲਈ ਆਪਾਂ ਨੂੰ ਯੂਜਲੀ ਟਰੀਟਮੈਂਟ ਕਰਾਉਣੀ ਪੈਂਦੀ ਆ, ਓਵਰ ਦਾ ਕਾਊਂਟਰ ਦਵਾਈ ਮਿਲ ਜਾਂਦੀ ਹੈ ਯੀਸਟ ਇਨਫੈਕਸ਼ਨ ਲਈ, ਅਤੇ ਆਪਾਂ ਜੇ ਉਹ ਕਿਰਨ ਲੈ ਲੈਂਦੇ ਹਾਂ ਫਿਰ ਯੂਜਲੀ ਉਹ ਇਨਫੈਕਸ਼ਨ ਦੁਬਾਰਾ ਨਹੀਂ ਹੁੰਦਾ ਹੈਗਾ।
ਠੀਕ ਹੈ। ਪਰ ਦੂਸਰੀ ਗੱਲ ਆ ਹਾਈਡਰੇਸ਼ਨ, ਪਾਣੀ ਇਨਫ ਪੀਣਾ ਬਹੁਤ ਜ਼ਰੂਰੀ ਹੈ ਦਵਾਈਆਂ ਦੇ ਨਾਲ, ਬਿਕਾਜ਼ ਆਪਣੇ ਇਹਨਾਂ ਨਾਲ ਜਦੋਂ ਆਪਣੀ ਪਿਸ਼ਾਬ ਦੇ ਵਿੱਚ ਦੀ ਸ਼ੂਗਰ ਨਿਕਲਦੀ ਆ, ਆਪਣਾ ਪਾਣੀ ਵੀ ਹੋਰ ਨਿਕਲਦਾ ਹੈਗਾ ਵਾ। ਸੋ ਆਪਾਂ ਨੂੰ ਪਾਣੀ ਇਨਫ ਪੀਣਾ ਬਹੁਤ ਜ਼ਰੂਰੀ ਹੈ ਗੋਲੀਆਂ ਦੇ ਨਾਲ। ਸੋ ਇਹ ਗੋਲੀਆਂ ਯੂਜਲੀ 1 ਟਾਈਮ ਜਾਂ 2 ਟਾਈਮ ਦਿਨ ਦੇ ਵਿੱਚ ਦੱਸੀਆਂ ਜਾਂਦੀਆਂ ਨੇ, ਮੇਨਲੀ 1 ਟਾਈਮ। ਸੋ ਜੇ 1 ਟਾਈਮ ਦੱਸੀ ਜਾਂਦੀ ਹੈ, ਯੂਜਲੀ ਰੈਕਮੈਂਡ ਕੀਤੀ ਜਾਂਦੀ ਹੈ ਵੀ ਤੁਸੀਂ ਸਵੇਰ ਵੇਲੇ ਲੈ ਲਓ। ਸੋ ਹੋਰ ਜਿਹੜੇ ਦਵਾਈਆਂ ਹੈਗੀਆਂ ਗੋਲੀਆਂ ਨਹੀਂ ਹੈਗੀਆਂ, ਪਰ ਇੰਜੈਕਸ਼ਨਸ ਹੈਗੇ ਆ, ਪਰ ਇਨਸਨ ਦੇ ਇੰਜੈਕਸ਼ਨਸ ਨਹੀਂ ਹੈ ਇਹ। ਵਿਕਟੋਜ਼ਾ, ਬਾਇਰਾ, ਹੁਣ ਜਿਹੜੀ ਓਜ਼ੈਂਪਿਕ ਆਈ ਹੈਗੀ ਆ, ਓਜ਼ੈਂਪਿਕ ਜਿਹੜੀ ਹੈਗੀ ਆ ਉਹ ਹਫ਼ਤੇ ਦੇ ਵਿੱਚ 1 ਗੇੜਾ ਹੀ ਲਾਉਣਾ ਪੈਂਦਾ ਉਹ ਟੀਕਾ। ਪਰ ਜਿਹੜਾ ਵਿਕਟੋਜ਼ਾ ਹੈਗਾ ਇਹ 1 ਦਿਨ ਰੋਜ਼ ਲਾਉਣਾ ਪੈਂਦਾ। ਬਾਇਰਾ ਯੂਜਲੀ 2 ਟਾਈਮ ਲਾਉਣਾ ਪੈਂਦਾ ਦਿਨ ਦੇ ਵਿੱਚ। ਇਹ ਟੀਕਿਆਂ ਦੇ ਨਾਲ ਆਪਣੀ ਇਨਸਨ ਵੀ ਹੋਰ ਬਣਦੀ ਆ, ਆਪਣੇ ਪੇਟ ਵੀ ਫੁੱਲ ਰਹਿੰਦਾ ਜ਼ਿਆਦਾ ਟਾਈਮ ਲਈ, ਸੋ ਭੁੱਖ ਨਹੀਂ ਜ਼ਿਆਦਾ ਲੱਗਦੀ ਹੈਗੀ। ਪਲੱਸ ਇਹਦੇ ਨਾਲ ਆਪਣੇ ਜਿਹੜੇ ਲਿਵਰ ਹੈਗੀ ਆ, ਜਿਗਰਾ ਹੈਗਾ ਉਹ ਕੰਟਰੋਲ 'ਚ ਆਉਂਦਾ ਹੈਗਾ ਵਾ, ਠੀਕ ਹੈ। ਸੋ ਮੇਨਲੀ ਇਹਨਾਂ ਦੇ ਜ਼ਿਆਦਾ ਸਾਈਡ ਇਫੈਕਟ ਇਹ ਹੈ ਵੀ GI ਆਪਣੇ ਜਿਹੜੇ ਕੀ ਕਹਿੰਦੇ ਆ ਸਟਮਕ ਸਮਟਾਈਮਸ ਅਪਸੈਟ ਹੋਣ ਲੱਗ ਜਾਂਦੀ ਹੈ, ਜਿਵੇਂ ਦਿਲ ਜਿਹਾ ਕੱਚਾ ਜਿਹਾ ਰਹਿਣ ਲੱਗ ਜਾਂਦਾ ਵਾ। ਸੋ ਯੂਜਲੀ ਇਹ ਟੀਕਾ ਆਪਾਂ ਜਦੋਂ ਲਾਉਂਦੇ ਹਾਂ ਰਾਤ ਨੂੰ ਦੱਸਿਆ ਜਾਂਦਾ ਹੈਗਾ ਵਾ, ਠੀਕ ਹੈ। ਸੋ ਲਾ ਲਓ ਤੁਸੀਂ ਸਾਰੀਆਂ ਗੋਲੀਆਂ 'ਤੇ ਲੱਗੇ ਹੈਗੇ ਹੋ, ਡਾਇਬੀਟੀਜ਼ ਤੁਹਾਡੀ ਹਾਲੇ ਵੀ ਨਹੀਂ ਕੰਟਰੋਲ 'ਚ ਆਉਂਦੀ ਹੈਗੀ, ਫਿਰ ਆਪਾਂ ਨੂੰ ਇਨਸਨ ਦਾ ਟੀਕਾ ਵੀ ਯੂਜ਼ ਕਰਨਾ ਪੈਂਦਾ ਹੈਗਾ। ਸੋ ਇਨਸਨ ਕਾਫੀ ਕਿਸਮ ਦੀ ਹੁੰਦੀ ਆ, ਪਰ ਮੇਨ ਜਿਹੜੀ ਪਹਿਲੀ ਇਨਸਨ ਲਾਈ ਜਾਂਦੀ ਆ ਉਹ ਲੌਂਗ ਐਕਟਿੰਗ ਹੁੰਦੀ ਆ। ਸੋ ਯੂਜਲੀ ਆਪਾਂ ਰਾਤ ਨੂੰ ਇਹ ਲਾਉਣੀ ਹੁੰਦੀ ਆ, ਅਤੇ ਤਾਂ ਕਿ ਸਵੇਰ ਦੀ ਆਪਣੀ ਸ਼ੂਗਰ ਕੰਟਰੋਲ 'ਚ ਆ ਜਾਏ। ਇਹਦੀ ਮਤਲਬ ਹੈਗਾ ਵੀ ਤੁਸੀਂ ਆਪਦੀ ਸ਼ੂਗਰ ਨਹੀਂ ਕੰਟਰੋਲ 'ਚ ਰੱਖੀ ਆਪੇ, ਠੀਕ ਹੈ। ਇਹਦਾ ਇਹੀ ਮਤਲਬ ਸਮਟਾਈਮਸ ਹੁੰਦਾ ਹੈਗਾ ਵੀ ਆਪਣੀ ਸ਼ੂਗਰ ਪ੍ਰੋਗਰੈਸ, ਆਪਣੀ ਡਾਇਬੀਟੀਜ਼ ਪ੍ਰੋਗਰੈਸ ਹੋ ਚੁੱਕੀ ਆ। ਸੋ ਜਿੱਥੇ ਆਪਾਂ ਨੂੰ ਇਨਸਨ ਦੀ ਲੋੜ ਪੈਂਦੀ ਹੈਗੀ ਆ। ਸੋ ਜਿਵੇਂ ਆਪਾਂ ਗੱਲ ਕੀਤੀ ਸੀ ਪਹਿਲਾਂ, ਸ਼ੂਗਰ ਲੋ ਹੋਣ ਦੇ ਚਾਂਸਿਸ ਆਪਣੇ ਹੁੰਦੇ ਹੈਗੇ ਜਦੋਂ ਆਪਾਂ ਨੂੰ ਡਾਇਬੀਟੀਜ਼ ਹੁੰਦੀ ਹੈ, ਸਪੈਸ਼ਲੀ ਜਦੋਂ ਆਪਾਂ ਦਵਾਈਆਂ 'ਤੇ ਲੱਗੀਆਂ ਹੋਈਏ ਜਾਂ ਆਪਾਂ ਟੀਕੇ 'ਤੇ ਲੱਗੇ ਹੋਈਏ। ਸੋ ਪੇਜ 10 ਤੋਂ ਲਾ ਕੇ 11 ਤੇ ਤੱਕ ਉਹਦੇ 'ਤੇ ਲੋ ਸ਼ੂਗਰ ਦੇ ਬਾਰੇ ਗੱਲ ਕਰਦੇ ਹੈਗੇ ਆ ਬੁੱਕ ਦੇ ਵਿੱਚ। ਸੋ ਜਦੋਂ ਸਪੈਸ਼ਲੀ ਜਿਵੇਂ ਗਲਾਈਪਰਾਈਡ ਦੀ ਗੋਲੀ ਆ, ਇਹਦੇ ਨਾਲ ਆਪਣੀ ਸ਼ੂਗਰ ਲੋ ਹੋ ਜਾਂਦੀ ਹੈ। ਸੋ ਲੋ ਸ਼ੂਗਰ ਕਿਹਨੂੰ ਗਿਣਿਆ ਜਾਂਦਾ ਹੈਗਾ? ਜਦੋਂ ਆਪਾਂ ਸ਼ੂਗਰ ਆਪਣੀ ਘਰੇ ਚੈੱਕ ਕਰੀਏ ਅਤੇ ਆਪਣੀ ਸ਼ੂਗਰ 4 ਤੋਂ ਥੱਲੇ ਆਵੇ, ਇਹਨੂੰ ਆਪਾਂ ਲੋ ਗਿਣਿਆ ਜਾਂਦਾ। ਸੋ ਜਦੋਂ ਲੋ ਸ਼ੂਗਰ ਹੁੰਦੀ ਹੈ ਜਾਂ ਹਾਈਪੋਗਲਾਈਸੀਮੀਆ ਕਹਿੰਦੇ ਹੈਗੇ ਆ, ਉਹਦੇ ਲਈ ਟਰੀਟਮੈਂਟ ਦੀ ਲੋੜ ਆ, ਉਹ ਆਪਾਂ ਅਗਲੇ ਹਫ਼ਤੇ ਗੱਲ ਕਰਾਂਗੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਸ਼ੂਗਰ ਆਪਾਂ ਨੂੰ ਕਿਉਂ ਚੈੱਕ ਕਰਨੀ ਚਾਹੀਦੀ ਹੈ। ਸੋ ਆਪਾਂ ਕਿਉਂ ਦੇਖਣੀ ਆ ਵੀ ਆਪਣੀ ਸ਼ੂਗਰਸ ਘਰੇ ਆਪਾਂ ਜਿਹੜੇ ਮਸ਼ੀਨ ਦੇ ਨਾਲ ਚੈੱਕ ਕਰਦੇ ਹਾਂ ਵੀ ਕਾਸ ਤੋਂ ਕਰਨੀ ਆ। ਸੋ ਇੱਕ ਤਾਂ ਜਦੋਂ ਆਪਾਂ ਸ਼ੂਗਰ ਚੈੱਕ ਕਰਦੇ ਹਾਂ, ਆਪਾਂ ਨੂੰ ਪਤਾ ਲੱਗਦਾ ਵੀ ਖਾਣੇ ਦਾ ਕੀ ਅਸਰ ਹੋ ਰਿਹਾ, ਜਿਹੜਾ ਆਪਾਂ ਖਾਧਾ ਹੈਗਾ। ਆਪਾਂ ਨੇ ਐਕਸਰਸਾਈਜ਼ ਜੇ ਕੀਤੀ ਹੋਵੇ, ਕਸਰਤ ਕੀਤੀ ਹੋਵੇ, ਦਵਾਈਆਂ ਦਾ ਪਤਾ ਲੱਗ ਰਿਹਾ ਵੀ ਸਾਨੂੰ ਦਵਾਈ ਕਿੰਨੀ ਚਾਹੀਦੀ ਹੈ, ਕਿੰਨੀ ਨਹੀਂ ਚਾਹੀਦੀ। ਹੋ ਸਕਦਾ ਵੀ ਤੁਹਾਡੀ ਸ਼ੂਗਰਸ ਜ਼ਿਆਦਾ ਹੋਵੇ ਪਰ ਸਾਨੂੰ ਮਹਿਸੂਸ ਨਾ ਹੁੰਦੀ ਹੋਵੇ, ਫਿਰ ਆਪਾਂ ਨੂੰ ਉਹਦੇ ਨਾਲ ਚੈੱਕ ਕਰਕੇ ਪਤਾ ਲੱਗ ਜਾਂਦਾ। ਹੋ ਸਕਦਾ ਤੁਹਾਡੀ ਸ਼ੂਗਰਸ ਜ਼ਿਆਦਾ ਘੱਟਦੀ ਹੋਵੇ ਤਾਂ ਉਹ ਵੀ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ। ਸਟਰੈਸ ਦੇ ਨਾਲ ਕੀ ਵੀ ਅਸਰ ਹੁੰਦਾ, ਕਿ ਸਟਰੈਸ ਦੇ ਨਾਲ ਆਪਣੀ ਸ਼ੂਗਰ ਵੱਧਦੀ ਹੈਗੀ ਆ, ਰਾਈਟ। ਪਲੱਸ ਜੇ ਆਪਾਂ ਕਿਤੇ ਬਿਮਾਰ ਹੁੰਦੇ ਹਾਂ, ਫਿਰ ਉਹਦੇ ਨਾਲ ਵੀ ਆਪਾਂ ਨੂੰ ਪਤਾ ਲੱਗਦਾ ਆਪਣੀ ਸ਼ੂਗਰਸ ਕਿਵੇਂ ਰਹਿੰਦੀ ਆ। ਫਿਰ ਬਿਮਾਰ ਜਦੋਂ ਆਪਾਂ ਹੁੰਦੇ ਹਾਂ ਉਦੋਂ ਵੀ ਆਪਣੀ ਸ਼ੂਗਰ ਸਮਟਾਈਮਸ ਵਧਣ ਲੱਗ ਜਾਂਦੀ ਆ। ਪਲੱਸ ਇਹਦੇ ਨਾਲ ਆਪਾਂ ਨੂੰ ਪੈਟਰਨਸ ਪਤਾ ਲੱਗਦਾ ਵੀ ਸਾਡੀ ਸਵੇਰ ਦੀ ਕਿਵੇਂ ਆ, ਦੁਪਹਿਰ ਦੀ ਕਿਵੇਂ ਆ, ਸ਼ਾਮ ਦੀ ਕਿਵੇਂ ਆ। ਸੋ ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਸਾਡੀ ਸ਼ੂਗਰਸ ਕਿਦੋਂ ਠੀਕ ਰਹਿੰਦੀ, ਕਿਦੋਂ ਨਹੀਂ ਠੀਕ ਰਹਿੰਦੀ। ਹੋ ਸਕਦਾ ਜਦੋਂ ਆਪਾਂ ਸ਼ਾਮ ਨੂੰ ਡਿਨਰ ਖਾ ਕੇ ਹਟਦੇ ਹਾਂ ਤਾਂ ਇਹ ਤੋਂ ਬਾਅਦ ਪਤਾ ਹੁੰਦਾ ਵੀ ਆਪਣੀ ਜ਼ਿਆਦਾ ਖਾ ਲਿਆ ਹੁੰਦਾ, ਤਾਂ ਫਿਰ ਉਹਦੇ ਨਾਲ ਸ਼ੂਗਰ ਜ਼ਿਆਦਾ ਹੋ ਜਾਂਦੀ ਆ, ਰਾਈਟ। ਸੋ ਸ਼ੂਗਰ ਚੈੱਕ ਕਰਨ ਨਾਲ ਆਪਾਂ ਨੂੰ ਆਪਣੇ ਪੈਟਰਨਸ ਦਾ ਪਤਾ ਲੱਗਦਾ ਹੈਗਾ ਵਾ, ਠੀਕ। ਪਲੱਸ ਸਮਟਾਈਮਸ ਡਿਪੈਂਡ ਕਰਦਾ ਜੇ ਆਪਾਂ ਕਿਹੜੀ ਬਲੱਡ ਪ੍ਰੈਸ਼ਰ ਦੀ ਗੋਲੀ ਦੇ ਹਾਂ। ਸਮਟਾਈਮਸ ਸਪੈਸ਼ਲੀ ਸੀਨੀਅਰਸ ਦੇ ਵਿੱਚ ਲੋ ਸ਼ੂਗਰ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਹੈਗੀ। ਸੋ ਜਦੋਂ ਆਪਾਂ ਮੀਟਰ ਦੇ ਨਾਲ ਚੈੱਕ ਕਰਦੇ ਹਾਂ, ਇਹਦੇ ਨਾਲ ਇਹ ਵੀ ਪਤਾ ਲੱਗਦਾ ਵੀ ਸਾਡੀ ਸ਼ੂਗਰਸ ਘੱਟ ਤਾਂ ਨਹੀਂ ਰਹੀਆਂ ਹੈਗੀਆਂ, ਠੀਕ ਹੈ। ਜੇ ਤੁਹਾਡੇ ਕੋਲ ਮੀਟਰ ਕੈਨੇਡਾ ਤੋਂ ਹੈਗਾ ਵਾ, ਉਹ ਆਪਾਂ ਮਿਲੀਮੋਲਸ ਦੇ ਵਿੱਚ ਰੀਡ ਕਰਦਾ ਹੈਗਾ। ਜੇ ਆਪਣੇ ਕੋਲ ਮੀਟਰ ਇੰਡੀਆ ਤੋਂ ਹੈਗਾ, ਉਹ ਮਿਲੀਗ੍ਰਾਮਸ ਦੇ ਵਿੱਚ ਰੀਡ ਕਰਦਾ। ਸੋ ਮਿਲੀਗ੍ਰਾਮਸ ਨੂੰ ਮਿਲੀਮੋਲਸ ਪਾਉਣ ਲਈ ਆਪਾਂ 18 ਦੇ ਨਾਲ ਡਿਵਾਈਡ ਕਰ ਲਈਏ ਤਾਂ ਫਿਰ ਆਪਣੀ ਇੱਥੋਂ ਕੈਨੇਡਾ ਦਾ ਨੰਬਰ ਆਪਾਂ ਨੂੰ ਮਿਲ ਜਾਂਦਾ ਹੈਗਾ ਮਿਲੀਮੋਲਸ। ਸੋ ਹੁਣ ਜਦੋਂ ਆਪਾਂ ਸ਼ੂਗਰ ਘਰੇ ਚੈੱਕ ਕਰਨੀ ਹੈਗੀ ਆ, ਤੁਸੀਂ ਸੋਚ ਰਹੇ ਹੋਵੋਗੇ ਸਾਡੇ ਕੋਲ ਤਾਂ ਮੀਟਰ ਹੈ ਨਹੀਂ ਗਾ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਵੀ ਤੁਸੀਂ ਮੀਟਰ ਕਿਵੇਂ ਲਾ ਸਕਦੇ ਹੈਗੇ ਹੋ। ਸੋ ਜਦੋਂ ਆਪਾਂ ਸ਼ੂਗਰ ਚੈੱਕ ਕਰਨੀ ਹੈ, ਪਹਿਲਾਂ ਬਹੁਤ ਜ਼ਰੂਰੀ ਆ ਵੀ ਆਪਾਂ ਸਾਬਣ ਦੇ ਨਾਲ ਹੱਥ ਧੋਈਏ,
ठीक है। चंगी तरह साबण नाल पानी नाल हाथ धोइए, हाथ धो के ते फिर अपनी जिहड़ी डिवाइस हुंदी है जिहदे विच आपां सूई पाउणी आपां ओहनूं तैयार करिए। ओहनूं तैयार करके ते फिर आपां अपना जिहड़ा मीटर हैगा ਉਹਦੇ ਵਿੱਚ अपना जिहड़ा दमकड़ा जिहड़ा स्ट्रिप हैगा ਉਹਨੂੰ ਪਾਉਣਾ हैगा। ਉਹ सही तरीके नाल पाउणा ਜ਼ਰੂਰੀ हैगा, नहीं तो ਸਾਨੂੰ एयर मैसेजेस आ सकते हैं, खून अपना स्ट्रिप वेस्ट हो सकता हैगा। सो डायरैक्शनस दे के ਉਹਨੂੰ पा लेना हैगा, ਜਾਂ ਫਿਰ ਤੁਸੀਂ ਆਪਣੀ ਫਾਰਮੇਸੀ ਤੇ ਜਾ ਸਕਦੇ ਹੋ, ਉਹ ਤੁਹਾਨੂੰ ਸਿਖਾ ਸਕਦੇ ਆ। ਤੁਸੀਂ ਸਾਨੂੰ ਡਾਇਬੀਟੀਜ਼ ਸੈਂਟਰ 'ਤੇ फ़ोन करके अपॉइंटमेंट बना सकते हो। फिर जो स्ट्रिप पा लिया हैगा तो फिर अपनी सूई रेडी हैगी आ, फिर आप उंगल तो मारनी है। जे तुसी उंगल की साइड ते मारोगे घट दर्द होंदा हैगा, ठीक है। जो आप फुल ते मारते अपनी टिप ते मारते हैं उंगल ते उदों दर्द थोड़ा ज़्यादा होंदा हैगा। कोशिश करो अपनियां उंगलां हमेशा वरत हर एक उंगल नूं वरतो, इक्को उंगल ते ना रहो, ताकि जो आप इक्को ही उंगल नूं वरतदे रहने हमेशा वो फिर डैमेज होने लग जाती है अपनी स्किन, ठीक है। सो अपने अंगूठे नूं भी आप यूज़ कर सकते हैं एज लॉन्ग एज आप साइड तो वरतदे हैगे अपनी उंगल। सो फिर आप सूई मार लिया, खून फिर आप पत्ते ते पा लिया, फिर आप शुगर अपनी चैक कर लिया। जिहड़ा पत्ता हैगा उन्होंने आप जिहड़ा स्ट्रिप हैगा उन्होंने गारबेज सੱਟ सकते हैं, पर जिहड़ी सूई दे नाल आप अपनी उंगल ते मारिया हैगा वा उन्होंने आप शार्प्स कंटेनर जिहड़ी येलो कंटेनर वो लैके उहदे च पाउणा हैगा। ਉਹਨੂੰ ਤੁਸੀਂ ਕੰਟੇਨਰ ਨੂੰ ਫਾਰਮੇਸੀ ਤੋਂ ਆਪਣੀ ਤੋਂ ਲੈ ਸਕਦੇ ਹੈਗੇ ਹੋ। ਸੋ ਫਿਰ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਸਾਨੂੰ ਸ਼ੂਗਰ ਕਿਦੋਂ ਚੈੱਕ ਕਰਨੀ ਚਾਹੀਦੀ ਹੈ, ਕਿਹੜੇ ਟਾਈਮ ਚੈੱਕ ਕਰਨੀ ਚਾਹੀਦੀ ਆ, ਠੀਕ ਹੈ। ਸੋ ਜਦੋਂ ਹੁਣ ਆਪਾਂ ਸ਼ੂਗਰ, ਤੁਸੀਂ ਇਹ ਚਾਰਟ ਦੇਖ ਰਹੇ ਹੋ ਆਪਣੇ ਸਾਹਮਣੇ, ਇਹ ਸਾਨੂੰ ਐਗਜ਼ਾਮਪਲ ਦਿੱਤਾ ਜਾਂਦਾ ਹੈਗਾ ਵੀ ਸ਼ੂਗਰ ਆਪਣੀ ਕਿਦੋਂ ਚੈੱਕ ਕਰਨੀ ਚਾਹੀਦੀ ਆ। ਸੋ ਆਪਾਂ ਨੂੰ ਸਵੇਰੇ ਉੱਠ ਕੇ ਹਮੇਸ਼ਾ ਹੀ ਨਹੀਂ ਚੈੱਕ ਕਰਨੀ ਚਾਹੀਦੀ, ਆਪਾਂ ਨੂੰ ਚੇਂਜ ਕਰ ਲੈਣਾ ਚਾਹੀਦਾ। ਸੋ ਇੱਕ ਦਿਨ ਤੁਸੀਂ ਆਪਣੀ ਸਵੇਰ ਦੇ ਖਾਣੇ ਤੋਂ ਪਹਿਲਾਂ 2 ਘੰਟੇ ਬਾਅਦ ਚੈੱਕ ਕਰ ਲਓ, ਦੂਸਰੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ 2 ਘੰਟੇ ਬਾਅਦ, ਤੀਸਰੇ ਦਿਨ ਆਪਣੇ ਸ਼ਾਮ ਦੇ ਖਾਣੇ ਤੋਂ ਪਹਿਲਾਂ ਤੇ 2 ਘੰਟੇ ਬਾਅਦ ਚੈੱਕ ਕਰ ਲਓ, ਫਿਰ ਇਹਨਾਂ ਨੂੰ ਚੇਂਜ ਕਰ ਲਓ, ਠੀਕ ਹੈ। ਪਰ ਜੇ ਆਪਾਂ ਇਨਸਨ ਦੇ ਟੀਕੇ 'ਤੇ ਲੱਗੇ ਹੈਗੇ ਆ, ਜਿਹੜਾ ਸਪੈਸ਼ਲੀ ਜੇ ਆਪਾਂ ਰਾਤ ਨੂੰ ਟੀਕਾ ਲਾਉਂਦੇ ਹਾਂ, ਫਿਰ ਆਪਾਂ ਨੂੰ ਸਵੇਰ ਨੂੰ ਰੋਜ਼ ਚੈੱਕ ਕਰ ਲੈਣੀ ਚਾਹੀਦੀ ਹੈਗੀ ਆ, ਠੀਕ ਹੈ। ਸੋ ਜੇ ਸਪੈਸ਼ਲੀ ਆਪਣੀ ਸ਼ੂਗਰ ਜ਼ਿਆਦਾ ਰਹਿੰਦੀ ਹੋਵੇ, ਹਮੇਸ਼ਾ 10 ਤੋਂ ਉੱਪਰ ਹੀ ਰਹਿੰਦੀ ਆ, ਫਿਰ ਆਪਾਂ ਨੂੰ ਐਵਰੀ ਡੇ ਚੈੱਕ ਕਰ ਲੈਣੀ ਚਾਹੀਦੀ ਆ। ਪਰ ਜੇ ਤੁਹਾਡੀ ਸ਼ੂਗਰ ਕੰਟਰੋਲ ਦੇ ਵਿੱਚ ਹੈਗੀ ਆ, ਬਾਲਾ ਫਰਕ ਨਹੀਂ ਪੈ ਰਿਹਾ, ਫਿਰ ਤੁਹਾਨੂੰ ਰੋਜ਼ ਨਹੀਂ ਚੈੱਕ ਕਰਨ ਦੀ ਲੋੜ ਹੈਗੀ, ਫਿਰ ਤੁਸੀਂ ਹਰ ਇੱਕ ਦੂਜੇ ਤੀਜੇ ਦਿਨ ਚੈੱਕ ਕਰ ਸਕਦੇ ਹੈਗੇ ਹੋ। ਪਰ ਕੋਸ਼ਿਸ਼ ਕਰੋ ਵੀ ਇੱਕ ਮੀਲ ਦੇ ਵਿੱਚ ਜ਼ਰੂਰ ਚੈੱਕ ਕਰੋ, ਵੀ ਤੁਸੀਂ ਕੰਪੇਅਰ ਕਰ ਸਕੋ ਵੀ ਸਾਡਾ ਨੰਬਰ ਖਾਣੇ ਤੋਂ ਪਹਿਲਾਂ ਕੀ ਸੀ ਅਤੇ ਖਾਣੇ ਤੋਂ ਬਾਅਦ ਕੀ ਸੀ। ਸੋ ਜੇ ਤੁਹਾਨੂੰ ਚੇਤਾ ਹੋ ਆਪਣੇ ਖਾਣੇ ਤੋਂ ਪਹਿਲਾਂ ਸ਼ੂਗਰ ਆਪਣੀ 4 ਤੇ 7 ਦੇ ਵਿੱਚ ਹੋਣੀ ਚਾਹੀਦੀ ਆ, ਖਾਣੇ ਤੋਂ 2 ਘੰਟੇ ਬਾਅਦ 5 ਤੇ 10 ਦੇ ਵਿੱਚ, ਠੀਕ ਹੈ। ਅਤੇ ਜਿਹੜੀ ਉਹ ਜੰਪ ਹੋ ਰਿਹਾ, ਸੋ ਆਪਣੀ ਸ਼ੂਗਰ ਖਾਣੇ ਤੋਂ ਪਹਿਲਾਂ ਲਾ ਕੇ ਖਾਣੇ ਤੋਂ ਬਾਅਦ ਆਪਾਂ ਦੇਖੀਏ, ਇਹ ਸਿਰਫ 2 ਜਾਂ 3 ਪੁਆਇੰਟ ਹੀ ਦਾ ਜਾਣੀ ਚਾਹੀਦੀ ਆ। ਸੋ ਜੇ ਹੁਣ ਆਪਾਂ ਇਹ ਚਾਰਟ ਦੇਖਦੇ ਹੈਗੇ ਆ, ਚਾਰਟ 'ਚ ਜੇ ਮਾੜਾ ਧਿਆਨ ਮਾਰਿਓ ਵੀ ਇਹਨਾਂ 'ਚੋਂ ਕਿਹੜੇ ਨੰਬਰ ਹੈਗੇ ਜਿਹੜੇ ਸਹੀ ਹੈਗੇ ਆ, ਠੀਕ ਹੈ। ਸਮਟਾਈਮਸ ਆਪਾਂ ਸੋਚਦੇ ਹਾਂ ਮੰਡੇ ਸਾਡਾ ਸਹੀ ਹੈਗਾ ਵਾ, ਠੀਕ ਹੈ। ਮੰਡੇ ਸਹੀ ਨਹੀਂ ਹੈਗਾ ਬਿਕਾਜ਼ ਇਹਦੀ ਜਿਹੜੀ ਆਪਾਂ ਜੰਪ ਹੈਗੀ ਆ ਇਹ 3 ਪੁਆਇੰਟ ਤੋਂ ਵੱਧ ਹੈਗੀ ਆ, ਠੀਕ ਹੈ। ਟਿਊਜ਼ਡੇ ਆਪਣੀ ਖਾਣੇ ਤੋਂ ਪਹਿਲਾਂ ਜ਼ਿਆਦਾ ਹੈਗੀ ਆ, ਫਰਾਈਡੇ ਆਪਣੀ ਵੈਨਸਡੇ ਆਪਣੀ ਖਾਣੇ ਤੋਂ ਬਾਅਦ ਜ਼ਿਆਦਾ ਹੈਗੀ ਆ, ਥਰਸਡੇ ਖਾਣੇ ਤੋਂ ਪਹਿਲਾਂ ਜ਼ਿਆਦਾ ਆ, ਫਰਾਈਡੇ ਆਪਣੀ ਖਾਣੇ ਤੋਂ ਪਹਿਲਾਂ ਘੱਟ ਹੈਗੀ ਆ, ਅਤੇ ਸੈਟਰਡੇ ਆਪਣਾ ਬਹੁਤ ਵਧੀਆ ਦਿਨ ਹੈਗਾ ਵਾ। ਸੋ ਜਦੋਂ ਤੁਸੀਂ ਸ਼ੂਗਰ ਚੈੱਕ ਕਰਨੀ ਹੈ, ਇਹ ਪੈਟਰਨਸ ਦੇਖਣੇ ਹੈਗੇ ਆ, ਇਹ ਦੇਖਣਾ ਹੈਗਾ ਵੀ ਸਾਡੀ ਸ਼ੂਗਰ ਕਦੋਂ ਜ਼ਿਆਦਾ ਹੋ ਰਹੀ ਹੈ, ਕਦੋਂ ਠੀਕ ਰਹਿੰਦੀ ਹੈ, ਕਦੋਂ ਜਲਦੀ ਵੱਧਦੀ ਹੈਗੀ ਆ, ਜਾਂ ਫਿਰ ਸਾਡੀ ਕਦੋਂ ਘੱਟਦੀ ਹੈਗੀ ਆ, ਠੀਕ ਹੈ। ਜਿੰਨਾ ਤੁਸੀਂ ਧਿਆਨ ਮਾਰੋਗੇ ਉਹਨਾਂ ਤੁਹਾਨੂੰ ਪਤਾ ਲੱਗੂ ਵੀ ਤੁਹਾਨੂੰ ਕੀ ਚੇਂਜ ਕਰਨ ਦੀ ਲੋੜ ਹੈਗੀ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਸਰਟੀਫਿਕੇਸ਼ਨ ਦੀ। ਸੋ ਕਾਫੀ ਟਾਈਮ ਜਦੋਂ ਪੇਸ਼ੈਂਟਸ ਆਉਂਦੇ ਹੈਗੇ ਆ, ਪੁੱਛਦੇ ਆ ਵੀ ਸਾਨੂੰ ਸਟ੍ਰਿਪਸ ਫ੍ਰੀ ਮਿਲਣਗੇ, ਸਾਡੇ ਡਾਕਟਰ ਨੇ ਕਿਹਾ ਸੀ ਸਟ੍ਰਿਪਸ ਫ੍ਰੀ ਮਿਲਣਗੇ, ਪਰ ਸੋ ਇਹ ਫ੍ਰੀ ਨਹੀਂ ਹੁੰਦੇ ਹੈਗੇ, ਪਰ ਇਹ ਸਰਟੀਫਿਕੇਸ਼ਨ ਹੁੰਦੀ ਆ। ਸੋ ਸਰਟੀਫਿਕੇਸ਼ਨ ਦਾ ਇਹ ਮਤਲਬ ਹੈਗਾ ਸਾਡਾ ਨਾਂ ਅਤੇ ਕੇਅਰ ਕਾਰਡ ਅਸੀਂ BC ਫੇਅਰ ਫਾਰਮਾਕੇਅਰ ਨੂੰ ਭੇਜ ਦਿੰਦੇ ਹੈਗੇ ਆ, ਇਹ ਲਾਈਫ ਟਾਈਮ ਸਰਟੀਫਿਕੇਸ਼ਨ ਹੁੰਦੀ ਆ। ਅਤੇ ਆਪਣੀ ਸਾਰੀ ਜਿਹੜੀ ਫਾਰਮੇਸੀਜ਼ ਨੇ BC ਦੇ ਵਿੱਚ ਤੁਹਾਡਾ ਦੇਖ ਸਕਦੇ ਹੋ, ਤੁਸੀਂ ਰਜਿਸਟਰ ਹੈਗੇ ਹੋ। ਸੋ ਇਹਨਾਂ ਦਾ ਜਿਹੜਾ ਕਾਸਟ ਹੁੰਦਾ, ਕਾਸਟ ਜਿਵੇਂ ਆਪਣੀਆਂ ਦਵਾਈਆਂ ਹੁੰਦੀਆਂ ਇਵੇਂ ਇਹ ਕਵਰ ਹੁੰਦਾ ਹੈਗਾ, ਠੀਕ ਹੈ। ਸੋ ਜੇ ਤੁਹਾਡੀਆਂ ਦਵਾਈਆਂ ਫੇਅਰ ਫਾਰਮਾਕੇਅਰ ਦੇ ਥਰੂ ਕਵਰ ਹੈਗੀਆਂ ਨੇ, ਤੁਹਾਡੇ ਸਟ੍ਰਿਪਸ ਵੀ ਉਵੇਂ ਕਵਰ ਹੋਣਗੇ, ਠੀਕ ਹੈ। ਸੋ ਜੇ ਤੁਹਾਡੇ ਐਕਸਟੈਂਡਡ ਹੈਲਥ ਬੈਨੀਫਿਟਸ ਹੈਗੇ ਨੇ
ਤਾਂ ਫਿਰ ਤੁਸੀਂ ਤੁਹਾਡੇ ਡਾਕਟਰ ਤੋਂ ਤੁਹਾਨੂੰ ਪ੍ਰਸਕ੍ਰਿਪਸ਼ਨ ਦੀ ਲੋੜ ਹੈਗੀ ਆ, ਫਿਰ ਇਹ ਕਵਰ ਹੁੰਦੇ ਹੈਗੇ ਆ ਤੁਹਾਡੇ ਐਕਸਟੈਂਡਡ ਦੇ ਥਰੂ। ਸੋ ਫੇਅਰ ਫਾਰਮਾਕੇਅਰ ਜਿਹੜਾ ਹੈਗਾ ਇਹ ਗਵਰਨਮੈਂਟ ਪ੍ਰੋਗਰਾਮ ਹੈਗਾ, ਇਹ ਡਿਪੈਂਡ ਕਰਦਾ ਆਪਣੀ ਫੈਮਿਲੀ ਦੀ ਇਨਕਮ 'ਤੇ। ਸੋ ਸਮਟਾਈਮਸ ਇਹ ਕੁਐਸਚਨ ਪੁੱਛਿਆ ਜਾਂਦਾ ਕਲਾਸ ਦੇ ਵਿੱਚ ਵੀ ਸਾਡੀ ਪੈਨਸ਼ਨ ਹੀ ਆ, ਰਾਈਟ। ਸੋ ਪੈਨਸ਼ਨ ਵੀ ਇਨਕਮ ਦੇ ਵਿੱਚ ਗਿਣੀ ਜਾਂਦੀ ਆ, ਪਰ ਸਰਟਨ ਡਿਡਕਟੇਬਲ ਹੈਗਾ ਵਾ ਜਿਹੜਾ ਹਰ ਇੱਕ ਪਰਸਨ ਨੂੰ ਮੀਟ ਕਰਨਾ ਪੈਂਦਾ, ਪਰ ਡਿਪੈਂਡਿੰਗ ਆਪਣੀ ਇਨਕਮ ਦੇ ਹਿਸਾਬ ਨਾਲ ਸਮਟਾਈਮਸ ਆਪਾਂ ਨੂੰ ਡਿਡਕਟੇਬਲ ਨਹੀਂ ਹੁੰਦਾ। ਸੋ ਜੇ ਤੁਹਾਡੇ ਡਿਡਕਟੇਬਲ ਨਹੀਂ ਹੈਗਾ, ਫਿਰ ਤੁਹਾਡੀਆਂ ਦਵਾਈਆਂ ਕਵਰ ਹੈਗੀਆਂ ਨੇ, ਤਾਂ ਫਿਰ ਸਟ੍ਰਿਪਸ ਵੀ ਤੁਹਾਡੇ ਸਰਟੀਫਿਕੇਸ਼ਨ ਦੇ ਨਾਲ ਕਵਰ ਹੋ ਜਾਂਦੇ ਹੈਗੇ ਆ, ਠੀਕ ਹੈ। ਤੁਹਾਡੀ ਸਰਟੀਫਿਕੇਸ਼ਨ ਜਿਹੜੀ ਹੈਗੀ ਆ ਇਹ ਅਸੀਂ ਡਾਇਬੀਟੀਜ਼ ਸੈਂਟਰ 'ਤੇ ਕਰਦੇ ਹੈਗੇ। ਸੋ ਜਦੋਂ ਤੁਹਾਡੀ ਪਹਿਲੀ ਅਪੋਇੰਟਮੈਂਟ ਹੁੰਦੀ ਆ ਸਾਡੇ ਨਾਲ, ਉਦੋਂ ਬਾਅਦ ਫਿਰ ਤੁਹਾਡੀ ਸਰਟੀਫਿਕੇਸ਼ਨ ਕੀਤੀ ਜਾਂਦੀ ਹੈਗੀ ਆ। ਸੋ ਆਪਾਂ ਸਮਰੀ ਦੇ ਵਿੱਚ ਇਹ ਗੱਲ ਕਰਦੇ ਹਾਂ, ਜਿਹੜੀ ਟਾਈਪ 2 ਡਾਇਬੀਟੀਜ਼ ਹੈਗੀ ਆ ਇਹ ਉਦੋਂ ਹੁੰਦੀ ਹੈ ਜਦੋਂ ਆਪਣੇ ਖੂਨ ਦੇ ਵਿੱਚ ਸ਼ੂਗਰ ਜ਼ਿਆਦਾ ਬਿਲਡਅਪ ਹੋ ਜਾਂਦੀ ਆ। ਉਹ ਸ਼ੂਗਰ ਤਾਂ ਜ਼ਿਆਦਾ ਬਿਲਡਅਪ ਹੋ ਜਾਂਦੀ ਹੈ ਜੇ ਆਪਣੀ ਇਨਸਨ ਚੰਗੀ ਤਰ੍ਹਾਂ ਨਹੀਂ ਕੰਮ ਕਰਦੀ ਹੈਗੀ, ਜਾਂ ਫਿਰ ਆਪਣੀ ਇਨਸਨ ਜਿੰਨੀ ਚਾਹੀਦੀ ਉਨੀ ਨਹੀਂ ਮਿਲਦੀ ਹੈਗੀ। ਸੋ ਆਪਾਂ ਗੱਲ ਕੀਤੀ ਸੀ ਐਕਸਰਸਾਈਜ਼ ਕਰਨਾ, ਖਾਣਾ ਸਹੀ ਕਰਨਾ, ਆਪਣੀ ਸਟ੍ਰੈਸ ਨੂੰ ਮੈਨੇਜ ਕਰਨਾ, ਸ਼ੂਗਰ ਚੈੱਕ ਕਰਨਾ, ਰਾਈਟ। ਇਹ ਸਾਰੇ ਆਪਣੇ ਸੈਲਫ ਮੈਨੇਜਮੈਂਟ ਟੂਲਸ ਹੈਗੇ ਨੇ, ਇਹਨਾਂ ਦੇ ਨਾਲ ਆਪਾਂ ਫਿਰ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੈਗੇ ਆ, ਠੀਕ ਹੈ। ਸੋ ਸਮਟਾਈਮ ਦਵਾਈਆਂ ਵੀ ਆਪਾਂ ਨੂੰ ਲੋੜ ਪੈਂਦੀ ਹੈਗੀ ਆ। ਸ਼ੂਗਰ ਜਦੋਂ ਆਪਾਂ ਘਰੇ ਚੈੱਕ ਕਰਦੇ ਹੈਗੇ ਆ, ਆਪਾਂ ਇਹਦੇ ਨਾਲ ਆਈਡੈਂਟੀਫਾਈ ਕਰ ਸਕਦੇ ਹਾਂ, ਦੇਖ ਸਕਦੇ ਹਾਂ ਵੀ ਸਾਨੂੰ ਸਾਡੀ ਲਾਈਫ ਦੇ ਵਿੱਚ ਕੀ ਚੇਂਜਸ ਕਰਨ ਦੀ ਲੋੜ ਹੈਗੀ ਆ, ਤਾਂ ਕਰਕੇ ਵੀ ਸਾਡੀ ਸ਼ੂਗਰ ਇੰਪਰੂਵ ਹੋ ਸਕੇ। ਸੋ ਗਾਣ ਲਈ ਹਫ਼ਤੇ ਤੁਹਾਡੇ ਸੈਸ਼ਨ ਦੇ ਵਿੱਚ ਹੋਰ ਡਿਫਰੈਂਟ ਟੋਪਿਕਸ ਆਪਾਂ ਕਵਰ ਕਰਾਂਗੇ। ਸੋ ਤੁਹਾਡਾ ਗਾਣਾ ਸੈਸ਼ਨ ਹੁਣ ਡਾਇਟੀਸ਼ੀਅਨ ਦੇ ਨਾਲ ਹੋਊਗਾ। ਸੋ ਜੇ ਤੁਹਾਨੂੰ ਕੋਈ ਵੀ ਕੁਐਸਚਨਸ ਹੈਗੇ ਆ, ਤੁਸੀਂ ਡਾਇਬੀਟੀਜ਼ ਸੈਂਟਰ ਨੂੰ ਫੋਨ ਕਰ ਸਕਦੇ ਹੈਗੇ ਹੋ, ਅਤੇ ਜਾਂ ਫਿਰ 811 ਨੰਬਰ ਕਰ ਸਕਦੇ ਹੈਗੇ ਹੋ, ਠੀਕ ਹੈ। ਸੋ ਥੈਂਕ ਯੂ ਫॉर ਲਿਸਨਿੰਗ। ਤੋ ਫਿਰ ਆਪਾਂ ਫਿਰ ਮਿਲਾਂਗੇ।